ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਵਾਰ ਸ੍ਰੀ ਹਰਿ ਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਗਰੇ ਸੁਣਤ ਪ੍ਰਸੰਗ ਕੋ ਦਿਜ ਮੂਰਖ ਚਾਹੂੰ ਔਰ। ਬੋਲੇ ਸ੍ਰੀ ਅਰਜਨ ਗੁਰੂ ਕੀਨ ਜੋ ਤੈਂ ਅਗ ਘੋਰ। ਸਗਰੇ ਸੁਣਤ ਪ੍ਰਸੰਗ ਕੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸੰਧਿਆ ਸਮੇਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਕੀਰਤਨ ਨਰਮੋਲਕ ਹੀਰਾ ਆਨੰਦ ਗੁਣੀ ਗਹੀਰਾ। ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਕਥਾ ਦਾ ਸਮਾਂ ਹੋ ਰਿਹਾ ਹੈ। ਮੇਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤਾ ਪੰਜ ਪਿਆਲੇ ਪੰਜ ਪੀਰ ਛਟਾਂ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇਤਿਹਾਸ ਚੱਲ ਰਿਹਾ ਹੈ। ਕੱਲ ਦੇ ਪ੍ਰਸੰਗ ਵਿੱਚ ਆਪ ਸੰਗਤਾਂ ਨੇ ਉਹ ਕਥਾ ਸਰਵਣ ਕੀਤੀ ਜਿਵੇਂ ਬ੍ਰਾਹਮਣ ਨੇ ਜ਼ਹਿਰ ਦੇਣੀ, ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮਨਾ ਕਰਨਾ, ਉਸੇ ਦਹੀਂ ਨੂੰ ਕੁੱਤਾ ਛਕ ਲੈਂਦਾ ਹੈ ਤੇ ਉਹ ਕੁੱਤਾ ਚਲਾਣਾ ਕਰ ਜਾਂਦਾ ਹੈ। ਤੇ ਜਦੋਂ ਕੁੱਤਾ ਚਲਾਣਾ ਕਰਦਾ ਹੈ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮੁਖੋਂ ਇਹ ਬਚਨ ਨਿਕਲਦੇ ਨੇ
ਜਿਵੇਂ ਕੁੱਤਾ ਜ਼ਹਿਰੀਲਾ ਦਹੀਂ ਖਾ ਕੇ ਸੂਲ ਦੇ ਨਾਲ ਤੜਫ ਤੜਫ ਕੇ ਮਰਿਆ, ਤੂੰ ਵੀ ਇਸੇ ਤਰ੍ਹਾਂ ਹੀ ਮਰੇ। ਬ੍ਰਾਹਮਣ ਦੇ ਪੇਟ ਵਿੱਚ ਵੀ ਸੂਲ ਪੈਦਾ ਹੋਇਆ, ਉਹ ਸੂਲ ਦੇ ਨਾਲ ਤੜਫ ਤੜਫ ਕੇ ਇਹਦੀ ਵੀ ਮੌਤ ਹੋ ਗਈ। ਇੱਕ ਪਾਸੇ ਉਹ ਕੁੱਤਾ ਹੈ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਦੇ ਪਲੰਗ ਦੇ ਹੇਠਾਂ ਰਿਹਾ ਕਰਦਾ ਸੀ, ਹਮੇਸ਼ਾ ਗੁਰੂ ਮਹਾਰਾਜ ਦੇ ਨਾਲ ਹੀ ਰਹਿੰਦਾ। ਹਜ਼ੂਰ ਨੇ ਉਹਦੇ ਗੁਣਾਂ ਨੂੰ ਯਾਦ ਕੀਤਾ। ਇਹ ਕੁੱਤਾ ਬਹੁਤ ਸਿਆਣਾ ਸੀ, ਹਰ ਵੇਲੇ ਸਾਡੇ ਨਾਲ ਰਹਿੰਦਾ। ਜਦੋਂ ਕਿਧਰੇ ਜਾਂਦੇ ਸਾਡੇ ਨਾਲ ਹੀ ਜਾਂਦਾ, ਜਦੋਂ ਖਲੋ ਜਾਂਦੇ ਸਾਡੇ ਪਾਸ ਹੀ ਖਲੋ ਜਾਂਦਾ, ਜਦੋਂ ਪਲੰਗ ਤੇ ਬੈਠਦੇ ਪਲੰਗ ਦੇ ਹੇਠਾਂ ਬੈਠ ਜਾਂਦਾ, ਹਰ ਵੇਲੇ ਚੌਂਕੀਦਾਰਾ ਕਰਦਾ ਸੀ। ਇਹੋ ਜਿਹਾ ਸਿਆਣਾ ਕੁੱਤਾ ਬਹੁਤ ਘੱਟ ਮਿਲਦਾ ਹੈ। ਕੁੱਤੇ ਦਾ ਗੁਣ ਸਵਾਮ ਭਗਤੀ ਦਾ ਬਹੁਤ ਵੱਡਾ ਮੰਨਿਆ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਉਸ ਗੁਣ ਨੂੰ ਆਪਣੀ ਰਸਨਾ ਤੋਂ ਪ੍ਰਗਟ ਕੀਤਾ। ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦਹਾਰ ਭਜੋ, ਇੱਕ ਮਨ ਹੋਏ ਇੱਕ ਚੇਤਨ। ਜਿਵੇਂ ਕੁੱਤਾ ਮਾਲਕ ਦਾ ਨਿਮਕ ਹਲਾਲ ਕਰਦਾ ਹੈ, ਇਸੇ ਤਰ੍ਹਾਂ ਇਸ ਮਨੁੱਖ ਨੂੰ ਵੀ ਗੁਰੂ ਦਾ ਪਰਮੇਸ਼ਰ ਦਾ ਨਿਯਮ ਖਾ ਕੇ ਹਰਾਮ ਨਹੀਂ ਕਰਨਾ ਚਾਹੀਦਾ। ਵਫਾਦਾਰੀ, ਇਮਾਨਦਾਰੀ, ਸੇਵਾ ਟਹਿਲ ਭਗਤੀ ਕਰਕੇ ਮਾਲਕ ਨੂੰ ਪ੍ਰਸੰਨ ਕਰਨਾ ਚਾਹੀਦਾ। ਹੁਣ ਦੂਜੇ ਪਾਸੇ ਬ੍ਰਾਹਮਣ ਵੀ ਮਰਿਆ ਪਿਆ ਹੈ। ਉਹਨੂੰ ਵੇਖ ਕੇ ਮਾਤਾ ਗੰਗਾ ਜੀ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਇਹ ਹੁਣ ਬ੍ਰਾਹਮਣ ਮਰ ਤੇ ਗਿਆ ਹੈ, ਪਰ ਜਿਹੜਾ ਅਸਲੀ ਭੇਤ ਹੈ ਉਹ ਤੇ ਗੁੱਝਾ ਹੀ ਰਹਿ ਗਿਆ। ਇਹ ਸਾਜ਼ਿਸ਼ ਕਿਵੇਂ ਬਣੀ, ਕਿਸ ਨੇ ਬਣਾਈ, ਕਿਵੇਂ ਇਹ ਜ਼ਹਿਰ ਦੇਣ ਲਈ ਤਿਆਰ ਹੋਇਆ, ਉਹ ਗੱਲ ਤਾਂ ਸਾਰੀ ਗੁਪਤ ਹੀ ਰਹਿ ਗਈ। ਕਿਰਪਾ ਕਰੋ ਤੁਸੀਂ ਇਸ ਨੂੰ ਇੱਕ ਵਾਰੀ ਜਿਉਂਦਾ ਕਰੋ। ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ, ਦੁਸ਼ਟ ਪਾਪੀ ਸਾਹਿਬਜ਼ਾਦੇ ਨੂੰ ਜ਼ਹਿਰ ਦੇ ਕੇ ਮਾਰਨਾ ਚਾਹੁੰਦਾ ਸੀ, ਇਹਨੂੰ ਉਸ ਦੀ ਢੁਕਵੀਂ ਸਜ਼ਾ ਮਿਲੀ ਹੈ, ਤੂੰ ਇਹ ਗੱਲ ਕਿਵੇਂ ਆਖ ਰਹੀ ਹੈ, ਇਹਨੂੰ ਦੁਬਾਰਾ ਜਿਉਂਦਾ ਕਰੋ। ਮਾਤਾ ਗੰਗਾ ਜੀ ਨੇ ਫਿਰ ਹੱਥ ਜੋੜੇ, ਕਹਿਣ ਲੱਗੀ, ਮਹਾਰਾਜ ਇਹ ਗੁਰੂ ਘਰ ਇਹ ਅਵਗੁਣਿਆਰਿਆਂ ਨੂੰ ਵੀ ਬਖਸ਼ਣ ਵਾਲਾ ਹੈ, ਤੇ ਕਿਰਪਾ ਕਰੋ, ਭਾਵੇਂ ਇਹਨੇ ਬਹੁਤ ਵੱਡਾ ਘੋਰ ਪਾਪ ਕੀਤਾ ਹੈ, ਪਰ ਇਹਨੂੰ ਇੱਕ ਵਾਰੀ ਜਿਉਂਦਾ ਕਰੋ। ਇਹਦੇ ਮੂੰਹੋਂ ਸਾਰੀ ਗੱਲ ਜਦੋਂ ਦੱਸੇਗਾ, ਨਿਕਲੇਗੀ, ਤੇ ਸਭ ਲੋਕਾਂ ਨੂੰ ਪਤਾ ਲੱਗੇਗਾ ਵੀ ਇਹ ਸਾਜ਼ਿਸ਼ ਕਿਵੇਂ ਬਣੀ, ਕਿਸ ਨੇ ਬਣਾਈ, ਕਿਹਦਾ ਪਿੱਛੇ ਹੱਥ ਸੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਚਲੋ ਠੀਕ ਹੈ, ਮੈਂ ਇਹ ਵੀ ਬੇਨਤੀ ਕਰ ਦੇਵਾਂ, ਗੁਰੂ ਵਿੱਚ ਸਮਰੱਥਾ ਹੈ। ਸਤਿਗੁਰ ਮੇਰਾ ਸਰਵ ਪ੍ਰਤ ਪਾਲੈ, ਸਤਿਗੁਰ ਮੇਰਾ ਮਾਰ ਜੀਵਾਨ। ਸਤਿਗੁਰੂ ਮਰੇ ਨੂੰ ਵੀ ਜਿਉਂਦਾ ਕਰ ਸਕਦੇ ਨੇ। ਬੇਅੰਤ ਇਤਿਹਾਸ ਵਿੱਚ ਪ੍ਰਸੰਗ ਆਉਂਦੇ ਨੇ। ਗੁਰੂ ਨਾਨਕ ਸਾਹਿਬ ਜੀ ਨੇ ਦਿੱਲੀ ਵਿੱਚ ਮਰਿਆ ਹਾਥੀ ਜਿਉਂਦਾ ਕੀਤਾ। ਗੁਰੂ ਅਮਰਦਾਸ ਮਹਾਰਾਜ ਨੇ ਗੋਇੰਦਵਾਲ ਸਾਹਿਬ ਵਿਖੇ ਇੱਕ ਵਿਧਵਾ ਦਾ ਇਕਲੌਤਾ ਪੁੱਤਰ ਮਰਿਆ ਹੋਇਆ ਜਿੰਦਾ ਕੀਤਾ। ਐਸੇ ਬੇਅੰਤ ਪ੍ਰਸੰਗ ਇਤਿਹਾਸ ਵਿੱਚ ਮਿਲਦੇ ਨੇ।
ਮ੍ਰਿਤਕ ਕੋ ਪਾਇਓ ਤਨ ਸਾਸਾ ਮਿਸ਼ਰਤ ਆਨ ਮਿਲਾਇਆ, ਪਸ਼ੂ ਪ੍ਰੇਤ ਮੁਕਤ ਪੈ ਸਰੋਤੇ ਹਰ ਨਾਮਾ ਮੁਖ ਗਾਇਆ। ਮ੍ਰਿਤਕ ਕੋ ਪਾਇਓ ਤਨ ਸਾਸਾ, ਮਰਿਆਂ ਦੇ ਵਿੱਚ ਸਤਿਗੁਰੂ ਜਾਨ ਪਾ ਦਿੰਦੇ ਨੇ। ਜਿਸਮਾਨੀ ਤੌਰ ਤੇ ਵੀ ਸਤਿਗੁਰੂ ਮਰਿਆਂ ਨੂੰ ਜਿੰਦਾ ਕਰਦੇ ਨੇ। ਅਧਿਆਤਮਕ ਦ੍ਰਿਸ਼ਟੀਕੋਣ ਤੋਂ ਵੀ ਜਿਹੜੇ ਆਤਮਿਕ ਜੀਵਨ ਵੱਲੋਂ ਮਰੇ ਹੋਏ ਨੇ, ਮਰਨੰ ਵਿਸਰਣੰ ਗੋਬਿੰਦ ਹੈ, ਜਿਨ੍ਹਾਂ ਨੂੰ ਪਰਮੇਸ਼ਰ ਭੁੱਲਿਆ ਹੋਇਆ, ਉਹ ਵੀ ਮਰੇ ਹੋਏ ਨੇ। ਮਨੁੱਖ ਦੇ ਵਿੱਚ ਚਾਹੇ ਕਿੰਨੇ ਵੀ ਹੋਰ ਗੁਣ ਹੋਣ, ਪਰ ਜੇ ਵਾਹਿਗੁਰੂ ਦੀ ਪ੍ਰੀਤ ਨਹੀਂ ਹੈ, ਮੁਹੱਬਤ ਨਹੀਂ ਹੈ, ਪਿਆਰ ਨਹੀਂ ਹੈ, ਫਿਰ ਇਹ ਸਾਡਾ ਸਰੀਰ ਮੁਰਦੇ ਸਮਾਨ ਹੀ ਹੈ। ਤੁਸੀਂ ਆਖੋਗੇ ਇਹ ਕਿੱਥੇ ਲਿਖਿਆ ਹੋਇਆ? ਭਾਵਨਕਰੀ ਬਾਣੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਲੋਕ ਆਉਂਦਾ ਹੈ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਅਸਲੀ ਜਿਹੜਾ ਅਧਿਆਤਮਿਕ ਜੀਵਨ ਹੈ ਉਹ ਵਾਹਿਗੁਰੂ ਦੇ ਪ੍ਰੇਮ ਦੇ ਨਾਲ, ਪ੍ਰੀਤ ਵਿੱਚੋਂ ਨਿਕਲਦਾ ਹੈ। ਇਸੇ ਲਈ ਜੇ ਵਾਹਿਗੁਰੂ ਦਾ ਪਿਆਰ ਨਹੀਂ ਮਨੁੱਖ ਦੇ ਵਿੱਚ, ਚਾਹੇ ਕਿੰਨੇ ਵੀ ਗੁਣ ਕਿਉਂ ਨਾ ਹੋਵਨ, ਫਿਰ ਵੀ ਉਹ ਮੁਰਦੇ ਸਮਾਨ ਹੈ। ਇਹ ਸਤਿਗੁਰੂ ਦੀ ਸਮਰੱਥਾ ਹੈ। ਉਹ ਸਰੀਰਕ ਤੌਰ ਤੇ ਵੀ ਕਿਸੇ ਮਰੇ ਵਿੱਚ ਜਾਨ ਪਾ ਸਕਦੇ ਨੇ। ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦੇ। ਆਤਮਿਕ ਜੀਵਨ ਤੋਂ ਮੁਰਦਾ ਹੋਏ ਲੋਕਾਂ ਨੂੰ ਵੀ ਗੁਰੂ ਮਹਾਰਾਜ ਨੇ ਜੀ ਦਾਨ ਬਖਸ਼ਿਸ਼ ਕੀਤਾ, ਭਗਤੀ ਸਿਮਰਨ ਵਾਲਾ ਜੀਵਨ ਬਖਸ਼ਿਸ਼ ਕੀਤਾ। ਇਹ ਗੁਰੂ ਦੀ ਸਮਰੱਥਾ ਹੈ, ਉਹ ਜੋ ਚਾਹੇ ਉਹ ਕਰ ਸਕਦਾ। ਹੁਣ ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਮਰੇ ਬ੍ਰਾਹਮਣ ਨੂੰ ਜਲ ਲਿਆ, ਸਤਿਨਾਮ ਵਾਹਿਗੁਰੂ ਕਹਿ ਕੇ ਪਹਿਲਾਂ ਮੁਖ ਤੇ ਛੱਟੇ ਮਾਰੇ, ਫਿਰ ਸਾਰੇ ਸਰੀਰ ਤੇ ਪਾਣੀ ਛਿੜਕਿਆ। ਪੰਡਤ ਜਿਉਂਦਾ ਹੋ ਕੇ ਉੱਠ ਕੇ ਬਹਿ ਗਿਆ। ਜਦੋਂ ਉਹਨੂੰ ਹੋਸ਼ ਆਈ, ਚਾਰ ਚੁਫੇਰੇ ਸੰਤਾਂ ਦਾ ਭਾਰੀ ਇਕੱਠ ਵੇਖ ਕੇ ਹੈਰਾਨ ਹੋ ਗਿਆ। ਇਹਨੂੰ ਆਪਣਾ ਪਾਪ ਯਾਦ ਆਇਆ, ਸ਼ਰਮ ਦੇ ਨਾਲ ਸਿਰ ਝੁਕ ਗਿਆ। ਗੁਰੂ ਅਰਜਨ ਦੇਵ ਮਹਾਰਾਜ ਨੇ ਇਹਨੂੰ ਸਵਾਲ ਕੀਤਾ, ਉਹ ਪਾਪੀਆ, ਤੂੰ ਸੱਚ ਦੱਸ, ਤੈਨੂੰ ਕਿਸ ਨੇ ਇਸ ਪਾਪ ਲਈ ਉਕਸਾਇਆ ਸੀ? ਇਹ ਸਾਜ਼ਿਸ਼ ਕਿਸ ਨੇ ਘੜੀ? ਕਿਹਨੇ ਤੈਨੂੰ ਇਸ ਕੰਮ ਲਈ ਪ੍ਰੇਰਿਆ? ਇਹ ਸਾਰੀ ਗੱਲ ਦੱਸ। ਇਸ ਬ੍ਰਾਹਮਣ ਨੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਫਿਰ ਸਾਰੀ ਉਹ ਦਾਸਤਾਨ ਸੁਣਾਈ। ਕਹਿਣ ਲੱਗਾ, ਮਹਾਰਾਜ, ਤੁਹਾਡਾ ਸ਼ਰੀਕ ਪ੍ਰਿਥੀਆ, ਉਹਨੇ ਮੈਨੂੰ ਰਾਤ ਘਰ ਵਿੱਚ ਬੁਲਾਇਆ। ਮੇਰੇ ਨਾਲ ਉਸਨੇ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ, ਲਾਲਚ ਦਿੱਤਾ ਤੇ ਮੈਨੂੰ ਆਪਦੇ ਕੋਲੋਂ ਇੱਕ ਜ਼ਹਿਰ ਦੀ ਪੁੜੀ ਵੀ ਦਿੱਤੀ ਤੇ ਨਾਲ ਇਹ ਗੱਲ ਵੀ ਆਖੀ, ਸਹੁੰ ਖਾ ਕਿ ਮੈਂ ਕਿਸੇ ਨੂੰ ਨਹੀਂ ਦੱਸਾਂਗਾ। ਇਹ ਜ਼ਹਿਰ ਦੀ ਪੁੜੀ ਸਾਹਿਬਜ਼ਾਦੇ ਨੂੰ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦੇਣੀ ਹੈ। ਜੇ ਤੂੰ ਇਸ ਮਿਸ਼ਨ ਵਿੱਚ ਕਾਮਯਾਬ ਹੋਇਆ ਤੈਨੂੰ 500 ਰੁਪਇਆ ਨਗਦ ਇਨਾਮ ਦੇਵਾਂਗਾ ਤੇ ਬਾਕੀ ਸਾਰੀ ਉਮਰ ਦਾ ਗੁਜ਼ਾਰਾ ਮੇਰੇ ਘਰੋਂ ਸਾਰੇ ਪਰਿਵਾਰ ਦੀ ਰੋਜੀ ਰੋਟੀ ਵੀ ਮਿਲੇਗੀ। ਮੈਨੂੰ ਇਹ ਲਾਲਚ ਦੇ ਕੇ ਮੇਰੀ ਮੱਤ ਤੇ ਐਸਾ ਪਰਦਾ ਪਾਇਆ ਤੇ ਮੈਂ ਪ੍ਰਿਥੀਏ ਦੇ ਕਹਿਣ ਤੋਂ ਸਾਹਿਬਜ਼ਾਦੇ ਨੂੰ ਜ਼ਹਿਰ ਵਾਲਾ ਦਹੀਂ ਖਵਾਉਣ ਦੀ ਭਰਪੂਰ ਕੋਸ਼ਿਸ਼ ਕੀਤੀ। ਪਰ ਮੈਂ ਹੈਰਾਨ ਹਾਂ, ਤੁਹਾਡਾ ਸਾਹਿਬਜ਼ਾਦਾ ਅਵਤਾਰੀ ਪੁਰਸ਼ ਹੈ, ਇਹਨੇ ਉਹ ਦਹੀਂ ਨਹੀਂ ਖਾਧਾ। ਇਹਨੂੰ ਪਤਾ ਸੀ ਵੀ ਦਾਲ 'ਚ ਕੁਛ ਕਾਲਾ ਕਾਲਾ, ਦਹੀਂ ਖਾਣ ਯੋਗ ਨਹੀਂ ਹੈ। ਮੈਂ ਜ਼ਬਰਦਸਤੀ ਵੀ ਕੀਤੀ ਪਰ ਮੇਰੀ ਵਾਹ ਪੇਸ਼ ਨਹੀਂ ਗਈ। ਮੈਂ ਹੈਰਾਨ ਹਾਂ, ਇੰਨੀ ਛੋਟੀ ਉਮਰ ਦੇ ਵਿੱਚ ਇਹ ਸਰਬੱਗਤਾ ਇਹਨਾਂ ਦੇ ਵਿੱਚ ਕਿੱਥੋਂ ਆ ਗਈ। ਠੀਕ ਹੈ, ਮੈਂ ਜੋ ਪਾਪ ਕੀਤਾ ਤੁਹਾਨੂੰ ਦੱਸ ਦਿੱਤਾ ਹੈ, ਹੁਣ ਅੱਗੇ ਤੁਸੀਂ ਜਾਣੋ ਤੇ ਤੁਹਾਡਾ ਭਰਾ ਜਾਣੇ। ਇਹ ਗੱਲ ਸੁਣ ਕੇ
ਫਿਰ ਇਹ ਬ੍ਰਾਹਮਣ ਕਹਿਣ ਲੱਗਾ, ਮਹਾਰਾਜ ਹੁਣ ਮੈਂ ਮੰਨਦਾ ਹਾਂ, ਹਾਂ ਅਪਰਾਧੀ ਗੁਨਾਹਗਾਰ ਹਾਂ, ਬੇਮੁਖ ਮੰਦਾ, ਮੈਂ ਗੁਰੂ ਘਰ ਦਾ ਨਿਮਕ ਹਰਾਮੀ ਹਾਂ, ਤੇ ਕਿਰਪਾ ਕਰੋ ਮੇਰੇ ਇਸ ਘੋਰ ਪਾਪ ਨੂੰ ਮਾਫ ਕਰ ਦਿਓ, ਬਖਸ਼ ਦਿਓ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੱਲ ਇਸ਼ਾਰਾ ਕਰਕੇ ਆਖਿਆ, ਕਹਿਣ ਲੱਗੇ, ਜਿਨ੍ਹਾਂ ਦੀ ਤੂੰ ਅਵਗਿਆ ਕੀਤੀ, ਜਿਨ੍ਹਾਂ ਨੂੰ ਜ਼ਹਿਰ ਦੇਣੀ ਚਾਹੀ, ਉਹੀ ਤੈਨੂੰ ਬਖਸ਼ਣ। ਇਸ ਬ੍ਰਾਹਮਣ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅੱਗੇ ਤਰਲਾ ਕੀਤਾ, ਹੱਥ ਜੋੜੇ, ਬੇਨਤੀਆਂ ਕੀਤੀਆਂ, ਤੇ ਪਿਤਾ ਦੀ ਰਜ਼ਾ ਨੂੰ ਵੇਖਦਿਆਂ ਹੋਇਆਂ, ਉਹਨਾਂ ਦੇ ਰੁਖ ਨੂੰ ਪਰਖਦਿਆਂ ਹੋਇਆਂ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਸ ਨੂੰ ਬਖਸ਼ ਦਿੱਤਾ। ਹੁਣ ਇੱਕ ਪਾਸੇ ਘੋਰ ਪਾਪ, ਦੂਜੇ ਪਾਸੇ ਉਸ ਜਾਨੀ ਦੁਸ਼ਮਣ ਨੂੰ ਮਾਫ ਕਰ ਦੇਣਾ, ਇੱਕ ਬਹੁਤ ਵੱਡੀ ਗੱਲ ਹੈ ਜੇ ਸੋਚੀਏ। ਇਸੇ ਲਈ ਜਿੰਨੇ ਵੀ ਗੁਰਸਿੱਖ ਮਾਈ ਭਾਈ ਸਾਨੂੰ ਸਾਰੇ ਹੈਰਾਨ ਹੋ ਗਏ। ਹਾਲੇ ਤਾਂ ਬੱਚੇ ਨੇ, ਇਹਨਾਂ ਦੇ ਮਨ ਦੇ ਵਿੱਚ ਇੰਨੀ ਦਇਆ ਤੇ ਇੰਨੇ ਸੂਰਬੀਰ ਬਹਾਦਰ ਬਣ ਯੋਧਾ ਪਰਉਪਕਾਰੀ, ਤੇ ਵੱਡੇ ਹੋ ਕੇ ਪਤਾ ਨਹੀਂ ਇਹ ਕੀ ਕੌਤਕ ਕਰਨਗੇ। ਫਿਰ ਹੋਇਆ ਵੀ ਇਸੇ ਤਰ੍ਹਾਂ। ਹੁਣ ਇਹ ਬ੍ਰਾਹਮਣ ਦੀ ਗੱਲ ਹੈ, ਜਦੋਂ ਆਪਾਂ ਅੱਗੇ ਇਤਿਹਾਸ ਪੜ੍ਹਾਂਗੇ ਉਹਦੇ ਵਿੱਚ ਜ਼ਿਕਰ ਆਵੇਗਾ, ਪੈਂਦੇ ਖਾਂ ਵੀ ਨਿਮਕ ਹਰਾਮੀ ਹੋ ਕੇ ਗੁਰੂ ਮਹਾਰਾਜ ਤੇ ਸ਼ਾਹੀ ਫੌਜਾਂ ਚੜਾ ਕੇ ਲੈ ਆਇਆ। ਕਰਤਾਰਪੁਰ ਸਾਹਿਬ ਦਾ ਜੰਗ ਹੋਇਆ। ਉਸ ਜੰਗ ਦੇ ਵਿੱਚ ਪੈਂਦੇ ਖਾਂ ਨੇ ਇਹ ਫੜ ਮਾਰੀ ਸੀ ਬਈ ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਿਉਂਦਿਆਂ ਪਕੜ ਕੇ ਬਾਦਸ਼ਾਹ ਦੇ ਸਾਹਮਣੇ ਪੇਸ਼ ਕਰ ਦੇਵਾਂਗਾ। ਤੇ ਜਦੋਂ ਗੁਰੂ ਮਹਾਰਾਜ ਦੇ ਸਾਹਮਣੇ ਆਇਆ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਨੇ ਪੈਂਦੇ ਖਾਂ ਨੂੰ ਵੰਗਾਰਿਆ, ਕਹਿਣ ਲੱਗੇ, ਗੁਰੂ ਘਰ ਦਾ ਨਿਮਕ ਖਾ ਕੇ ਹੁਣ ਨਿਮਕ ਹਰਾਮ ਕਰਨ ਵਾਸਤੇ ਆਇਆ? ਚੱਲ ਠੀਕ ਹੈ, ਤੂੰ ਹੁਣ ਆਇਆ, ਚੜ ਕੇ ਆਇਆ, ਅਸੀਂ ਤੈਨੂੰ ਇੱਕ ਮੌਕਾ ਦੇਨੇ ਆ, ਤੂੰ ਆਪਣਾ ਵਾਰ ਕਰ ਲੈ। ਪੈਂਦੇ ਖਾਂ ਨੇ ਗੁੱਸੇ ਵਿੱਚ ਆ ਕੇ ਗੁਰੂ ਮਹਾਰਾਜ ਤੇ ਵਾਰ ਕੀਤਾ। ਗੁਰੂ ਮਹਾਰਾਜ ਨੇ ਉਹਨੂੰ ਢਾਲ ਤੇ ਰੋਕਿਆ। ਫਿਰ ਸਤਿਗੁਰੂ ਕਹਿਣ ਲੱਗੇ, ਉਹ ਨਿਮਕ ਹਰਾਮੀਆਂ, ਤੂੰ ਆਪਣੇ ਆਪ ਨੂੰ ਸੂਰਬੀਰ ਬਹਾਦਰ ਸਮਝਦਾ ਸੀ, ਤੈਨੂੰ ਅਸੀਂ ਵਾਰ ਕਰਨ ਦਾ ਮੌਕਾ ਵੀ ਪਹਿਲਾਂ ਦਿੱਤਾ, ਪਰ ਤੇਰੇ ਕੋਲੋਂ ਕੁਝ ਵੀ ਨਹੀਂ ਸਰਿਆ। ਇੱਕ ਮੌਕਾ ਹੋਰ ਦੇਣੇ ਆ, ਤੇਰੇ ਮਨ ਦੇ ਵਿੱਚ ਕੋਈ ਭੁਲੇਖਾ ਨਾ ਰਹਿ ਜਾਵੇ, ਮੈਂ ਵੱਡਾ ਸੂਰਮਾ ਹਾਂ। ਦੂਜਾ ਵਾਰ ਕੀਤਾ, ਉਹ ਵੀ ਅਜਾਈਂ ਚਲਿਆ ਗਿਆ। ਹੁਣ ਸਤਿਗੁਰੂ ਕਹਿਣ ਲੱਗੇ, ਨਿਮਕ ਹਰਾਮੀਆਂ, ਹੁਣ ਅਸੀਂ ਤੈਨੂੰ ਦੱਸਦੇ ਹਾਂ ਸੂਰਮੇ ਵਾਰ ਕਿਵੇਂ ਕਰਦੇ ਨੇ। ਤੇ ਨਾਲ ਹੀ ਉਹਨੇ ਵਾਰ ਕੀਤਾ, ਤੀਜਾ ਵਾਰ, ਤੇ ਉਸ ਵਾਰ ਨੂੰ ਅੱਧ ਵਿਚਾਲੇ ਹੀ ਕੱਟਦਿਆਂ ਹੋਇਆਂ ਮੀਰੀ ਪੀਰੀ ਦੇ ਮਾਲਕ ਨੇ ਐਸਾ ਜਨੇਊ ਵਾਰ ਕੀਤਾ ਹੈ, ਤੇ ਉਸ ਵੇਲੇ ਪੈਂਦੇ ਖਾਂ ਦੋ ਧੜ ਹੋ ਕੇ ਜ਼ਮੀਨ ਤੇ ਡਿੱਗ ਪਿਆ। ਇਹਦੇ ਮੂੰਹੋਂ ਆਵਾਜ਼ ਨਿਕਲੀ, ਐ ਮਾਂ ਚੇਤੇ ਆਈ। ਸਤਿਗੁਰੂ ਕਹਿਣ ਲੱਗੇ, ਪੈਂਦੇ ਖਾਂ ਅੱਲਾ ਨੂੰ ਯਾਦ ਕਰ। ਮੁਸਲਮਾਨ ਸੀ ਨਾ, ਕਹਿੰਦੇ ਹੁਣ ਮਾਂ ਨੂੰ ਯਾਦ ਕਰਨ ਦਾ ਵਕਤ ਨਹੀਂ, ਅੱਲਾ ਨੂੰ ਯਾਦ ਕਰ। ਤੇ ਜਦੋਂ ਇਹ ਗੱਲ ਆਖੀ, ਇਸ ਦੇ ਪੂਰਬਲੇ ਕਰਮ ਜਾਗ ਪਏ। ਕਹਿਣ ਲੱਗਾ, ਸੱਚੇ ਪਾਤਸ਼ਾਹ, ਮੇਰੇ ਲਈ ਤੁਸੀਂ ਅੱਲਾ ਹੋ, ਤੁਸੀਂ ਖੁਦਾ ਹੋ, ਤੁਸੀਂ ਮੈਨੂੰ ਮਾਫ ਕਰ ਦਿਓ, ਮੈਂ ਤੇਰਾ, ਮੈਨੂੰ ਬਖਸ਼ ਦਿਓ। ਮੈਂ ਤੇਰਾ ਇਹਨਾਂ ਲਫ਼ਜ਼ ਇਹਦੇ ਮੂੰਹੋਂ ਨਿਕਲਿਆ, ਤੇ ਮੇਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪੈਂਦੇ ਖਾਂ ਨੂੰ ਵੀ ਮੁਆਫ ਕਰ ਦਿੱਤਾ। ਇਤਿਹਾਸ ਵਿੱਚ ਜ਼ਿਕਰ ਆਵੇਗਾ, ਗੁਰੂ ਮਹਾਰਾਜ ਨੇ ਜਦੋਂ ਪੈਂਦੇ ਖਾਂ ਤੜਫ ਰਿਹਾ ਸੀ, ਆਪਣੇ ਹੱਥ ਵਿੱਚ ਰੁਮਾਲ ਲੈ ਕੇ ਇਹਦਾ ਮੂੰਹ ਸਾਫ਼ ਕੀਤਾ। ਗਰਮੀ ਸੀ, ਪਸੀਨਾ ਆਇਆ ਸੀ, ਢਾਲੇ ਨਾਲ ਇਹਦੇ ਮੂੰਹ ਤੇ ਛਾਂ ਕੀਤੀ, ਤੇ ਇਹਦੇ ਕੋਲੇ ਬੈਠ ਕੇ ਬੜੀ ਹਮਦਰਦੀ ਕੀਤੀ। ਕਹਿਣ ਲੱਗੇ, ਦੇਖੋ
ਵਾਹਿਗੁਰੂ ਪਰਮੇਸ਼ਰ ਨੇ ਇੱਕ ਐਸੀ ਵਿਧ ਬਣਾਈ, ਇਹਨੂੰ ਅਸੀਂ ਆਪਣੇ ਹੱਥੀਂ ਗਰਾਹੀਆਂ ਦੇ ਦੇ ਕੇ ਪਾਲਿਆ, ਤੇ ਇਹਦੀ ਮੌਤ ਵੀ ਸਾਡੇ ਹੱਥੋਂ ਲਿਖੀ ਹੋਈ ਸੀ। ਇਹ ਵੀ ਇਤਿਹਾਸਕਾਰਾਂ ਨੇ ਮੰਨਿਆ। ਪੈਂਦੇ ਖਾਂ ਦੀ ਮੌਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਹ ਵੀ ਪ੍ਰਣ ਕਰ ਲਿਆ ਸੀ, ਅੱਜ ਤੋਂ ਬਾਅਦ ਅਸੀਂ ਜੰਗ ਵੀ ਨਹੀਂ ਕਰਾਂਗੇ। ਕਰਤਾਰਪੁਰ ਦਾ ਜੰਗ ਆਖਰੀ ਜੰਗ ਸੀ, ਚੌਥਾ ਜੰਗ। ਤੇ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਛੋਟੀ ਉਮਰ ਤੋਂ ਹੀ ਇਹ ਆਪਣੇ ਸੁਭਾਅ ਦੀ ਪਾਲਣਾ ਕਰਨੀ ਸ਼ੁਰੂ ਕਰ ਦਿੱਤੀ। ਪਹਿਲਾਂ ਜਾਨੀ ਦੁਸ਼ਮਣ ਬ੍ਰਾਹਮਣ ਨੂੰ ਮਾਫ ਕੀਤਾ, ਫਿਰ ਪੈਂਦੇ ਖਾਂ ਜਿਹੜਾ ਨਿਮਕ ਹਰਾਮੀ ਫੌਜਾਂ ਚੜਾ ਕੇ ਲਿਆਇਆ, ਉਹਦੇ ਗੁਨਾਹਾਂ ਨੂੰ ਵੀ ਗੁਰੂ ਮਹਾਰਾਜ ਨੇ ਮੁਆਫ ਕਰ ਦਿੱਤਾ। ਇਹ ਗੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗੁਰੂ ਨਾਨਕ ਦੇ ਘਰ ਦੇ ਵਿੱਚ ਹੀ ਮਿਲਦੇ ਨੇ। ਕਿਸੇ ਕਵੀ ਨੇ ਬਹੁਤ ਸੁੰਦਰ ਲਿਖਿਆ, ਬੁਰੇ ਨਾਲ ਸਭ ਕਰਨ ਬੁਰਾਈ, ਮੁਆਫ ਕਰਨ ਕਈ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ। ਆ ਪਿਛਲੀ ਗੱਲ ਧਿਆਨ ਦੇਣ ਯੋਗ ਹੈ। ਬੁਰੇ ਨਾਲ ਫਿਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਬੁਰੇ ਨਾਲ ਨੇਕੀ ਕਰਨੀ ਬਹੁਤ ਔਖੀ ਹੁੰਦੀ ਹੈ, ਪਰ ਇਹ ਗੁਰੂ ਨਾਨਕ ਦਾ ਘਰ ਹੈ। ਔਗਣ ਕੀਤੇ ਹਰ ਨਾ ਚਿਤਾਰੇ, ਇਹ ਕੀਤੇ ਔਗਣਾਂ ਨੂੰ ਨਹੀਂ ਚਿਤਾਰਦਾ। ਚਾਹੇ ਕੋਈ ਕਿੱਡਾ ਵੱਡਾ ਪਾਪੀ ਕਿਉਂ ਨਾ ਹੋਵੇ, ਤੇ ਉਹਨੂੰ ਵੀ ਬਖਸ਼ ਦਿੰਦਾ ਹੈ। ਉਹ ਪ੍ਰਸੰਗ ਤੁਸੀਂ ਸੁਣਿਆ ਹੈ। ਹੁਣ ਅੱਗੇ ਜਿਵੇਂ ਪ੍ਰਸੰਗ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਗਰੇ ਸੁਣਤ ਪ੍ਰਸੰਗ ਕੋ, ਦਿਜ ਮੂਰਖ ਚਾਹੋ ਔਰ। ਲੋਕ ਕਵੀ ਜੀ ਲਿਖਦੇ ਨੇ, ਇਹ ਜਿਹੜਾ ਮੂਰਖ ਬ੍ਰਾਹਮਣ ਹੈ, ਇਹਦੇ ਚਾਰੇ ਪਾਸੇ ਸਾਰੇ ਗੁਰਸਿੱਖ ਖੜੇ ਨੇ, ਸੇਵਾਦਾਰ ਖੜੇ ਨੇ। ਗੁਰੂ ਅਰਜਨ ਦੇਵ ਮਹਾਰਾਜ, ਮਾਤਾ ਗੰਗਾ ਜੀ, ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਸਾਰੇ ਇਹਦੇ ਕੋਲੋਂ ਪ੍ਰਸੰਗ ਸੁਣ ਰਹੇ ਹਨ। ਬੋਲੇ ਸ਼੍ਰੀ ਅਰਜਨ ਗੁਰੂ ਕੀਨ ਜੋ ਤੈਂ ਆਗਹ ਘੋਰ। ਫਿਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਰੀ ਵਾਰਤਾ ਇਹਦੇ ਮੂੰਹੋਂ ਸੁਣ ਕੇ ਨਾ, ਤੇ ਫਿਰ ਸਤਿਗੁਰੂ ਕਹਿਣ ਲੱਗੇ, ਓਏ ਮੂਰਖਾ, ਤੂੰ ਜਿਹੜਾ ਇੰਨਾ ਘੋਰ ਪਾਪ ਕੀਤਾ, ਬੱਜਰ ਪਾਪ ਕੀਤਾ, ਤੇਰਾ ਭੋਰਾ ਵੀ ਮਨ ਕਿਉਂ ਨਹੀਂ ਡਰਿਆ? ਸਵਈਆ ਸ਼੍ਰੀ ਪ੍ਰਿਥੀਏ ਮੁਖ ਪੈ ਕਹਿ ਹੈ, ਤਿਹ ਦੋਹ ਮਨਾਏ ਭਨੀ ਜਿਮ ਬਾਣੀ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਬ੍ਰਾਹਮਣ ਨੂੰ, ਕਹਿੰਦੇ ਕੀ ਇਹ ਗੱਲ ਤੂੰ ਪ੍ਰਿਥੀਏ ਦੇ ਮੂੰਹ ਤੇ ਕਹਿ ਸਕਦਾ, ਜਿਵੇਂ ਉਹਨੇ ਤੈਨੂੰ ਸਾਰੀ ਗੱਲ ਮਨਾ ਕੇ ਤੈਨੂੰ ਇਹ ਗੱਲ ਆਖੀ ਸੀ ਵੀ ਸਾਹਿਬਜ਼ਾਦੇ ਨੂੰ ਜਾ ਕੇ ਜ਼ਹਿਰ ਦੇ ਦੇਵੇ। ਇਹ ਗੱਲ ਤੂੰ ਪ੍ਰਿਥੀਏ ਦੇ ਮੂੰਹ ਤੇ ਆਖ ਸਕਦਾ? ਇੰਨੀ ਹਿੰਮਤ ਰੱਖਦਾ, ਇੰਨੀ ਤੇਰੇ ਵਿੱਚ ਜੁਰਤ ਹੈ? ਜੇ ਤੂੰ ਪ੍ਰਿਥੀਏ ਦੇ ਸਾਹਮਣੇ ਇਹ ਗੱਲ ਆਖ ਦੇਵੇਂ ਤੇ ਤੇਰਾ ਇਹ ਗੁਨਾਹ ਮਾਫ ਹੋ ਜਾਵੇਗਾ। ਪੰਚ ਸਾਧੇਣ ਕਹੇ ਤੁਝ ਕੋ, ਬਹਿ ਕੀ ਜਿਮ ਤਾਹੀ ਨੇ ਸਿੱਖ ਸਖਾਨੀ। ਇਹ ਤੂੰ ਹੀ ਆਖਿਆ ਨਾ, ਮੈਨੂੰ ਪ੍ਰਿਥੀਏ ਨੇ 500 ਰੁਪਇਆ ਨਗਦ ਇਨਾਮ ਦੇਣ ਲਈ ਆਖਿਆ ਸੀ, ਤੇ ਨਾਲੇ ਉਹਨੇ ਕੋਲੋਂ ਜ਼ਹਿਰ ਦੀ ਪੁੜੀ ਦਿੱਤੀ ਤੇ ਆਖਿਆ ਸੀ ਵੀ ਤੂੰ ਸਾਹਿਬਜ਼ਾਦੇ ਨੂੰ ਜਾ ਕੇ ਜ਼ਹਿਰ ਦੇ ਦੇਵੀਂ। ਇਹ ਸਿੱਖਿਆ ਪ੍ਰਿਥੀਏ ਨੇ ਮੈਨੂੰ ਸਿਖਾਈ। ਪਾਪ ਮਤੀ ਜਿਸ ਕੇ ਨਿਤ ਹੈ ਚਿਤ, ਈਰਖਾ ਆਗ ਮੈਂ ਦਾਹੇ ਮਹਾਨੀ। ਜਿਸ ਪ੍ਰਿਥੀਏ ਦੇ ਚਿੱਤ ਵਿੱਚ ਹਮੇਸ਼ਾ ਪਾਪਾਂ ਵਾਲੀ ਮਤ ਹੀ ਨਿਵਾਸ ਕਰਦੀ ਹੈ, ਤੇ ਉਹਦੇ ਮਨ ਵਿੱਚ ਬੜੀ ਈਰਖਾ ਦੀ ਅੱਗ ਬਲਦੀ ਹੈ, ਤੇ ਉਹਦੇ ਨਾਲ ਬਹੁਤਾ ਹੀ ਸੜਦਾ ਰਹਿੰਦਾ ਹੈ। ਸੰਕਟ ਘੋਰ ਘਨੋ ਹੋਏ ਦੇਖਤ, ਕੀਰਤ ਕੋ ਸੁਣ ਕੈ ਸੁਖ ਹਾਨੀ। ਲੋਕ ਗੁਰੂ ਘਰ ਦੀ ਮਹਿਮਾ ਨੂੰ ਸੁਣ ਕੇ ਉਹਨੂੰ ਬੜਾ ਸੰਕਟ ਕੋ ਬਹੁਤਾ ਦੁੱਖ ਪ੍ਰਾਪਤ ਹੁੰਦਾ। ਜਦੋਂ ਗੁਰੂ ਘਰ ਦੀ ਵਡਿਆਈ ਨੂੰ ਦੇਖਦਾ, ਜਰੀ ਨਹੀਂ ਜਾਂਦੀ, ਉਹਦਾ ਸਾਰਾ ਸੁਖ ਨਾਸ ਹੋ ਜਾਂਦਾ ਹੈ। ਵਿਪਰ ਕਹਿਓ ਸੁਣ ਸ਼੍ਰੀ ਗੁਰ ਪੂਰਨ, ਜਿਉ ਤਿਸਨੇ ਮੁਝ ਕੋ ਸਮਝਾਈ। ਅੱਗੋਂ ਬ੍ਰਾਹਮਣ ਕਹਿਣ ਲੱਗਾ, ਮਹਾਰਾਜ ਮੇਰੀ ਗੁਜ਼ਾਰਿਸ਼ ਸੁਣੋ, ਜਿਵੇਂ ਉਸ ਪ੍ਰਿਥੀਏ ਨੇ ਮੈਨੂੰ ਸਮਝਾਇਆ ਸੀ, ਮੈਨੂੰ ਪੁੱਠੀ ਪੱਟੀ ਪੜ੍ਹਾਈ ਸੀ,
ਜਿਵੇਂ ਮੈਨੂੰ ਉਹਨੇ ਆਖਿਆ ਸੀ ਉਹ ਸਾਰੀ ਗੱਲ ਮੈਂ ਉਹਦੇ ਮੂੰਹ ਤੇ ਕਹਿਣ ਲਈ ਤਿਆਰ ਹਾਂ। ਜੋ ਤਿਸ ਆਨਨ ਪੈ ਉਚਰਉ ਮਮ ਨਾਸ਼ ਕੀਓ ਅਸ ਸੀਖ ਸਖਾਈ। ਮੈਂ ਪ੍ਰਿਥਵੀ ਦੇ ਮੂੰਹ ਦੇ ਸਾਹਮਣੇ ਉਹਦੇ ਮੂੰਹ ਦੇ ਅੱਗੇ ਸਾਰੀ ਗੱਲ ਕਹਿਣ ਲਈ ਤਿਆਰ ਹਾਂ। ਜਿਵੇਂ ਉਹਨੇ ਮੈਨੂੰ ਇਹ ਤਬਾਹੀ ਦੀ ਤੇ ਇਹ ਜਿਹੜੀ ਪੁੱਠੀ ਜਿਹੜੀ ਪੱਟੀ ਮੈਨੂੰ ਪੜਾਈ ਤੇ ਪੁੱਠੀ ਸਿੱਖਿਆ ਦਿੱਤੀ ਹੈ। ਮੈਂ ਗੁਜਰਾਨ ਕਰੂੰ ਤੁਮਰੇ ਘਰ ਭੂਰ ਕਲੰਕ ਦਿਓ ਦੁਖਦਾਈ। ਦੇਖੋ ਮੈਂ ਤੇ ਤੁਹਾਡੇ ਗੁਰੂ ਘਰ ਦੇ ਵਿੱਚ ਸੇਵਾ ਟਹਿਲ ਕਰਕੇ ਗੁਜ਼ਾਰਾ ਕਰਦਾ ਸੀ, ਵਧੀਆ ਪ੍ਰਸ਼ਾਦਾ ਪਾਣੀ ਛਕਦਾ ਸੀ, ਪਰ ਉਹਨੇ ਐਸਾ ਦੁੱਖ ਦੇਣ ਵਾਲਾ ਮੈਨੂੰ ਵੀ ਕਲੰਕ ਲਾ ਦਿੱਤਾ ਹੈ। ਮੈਨੂੰ ਗੁੰਮਰਾਹ ਕਰਕੇ ਮੇਰਾ ਬ੍ਰੇਨ ਵਾਸ਼ ਕਰਕੇ ਇਸ ਪਾਪ ਲਈ ਮੈਨੂੰ ਉਸਨੇ ਆਪਣੇ ਨਾਲ ਰਲਾ ਲਿਆ। ਭਾਵੀ ਨੇ ਪ੍ਰੇਰਣ ਕੀਨ ਬੁਰੇ ਮਹਿ ਦੋਨੋਂ ਲੋਕ ਮੈਂ ਲੀਨ ਗਵਾਈ। ਉਸ ਭਾਵੀ ਨੇ ਐਸੇ ਮੇਰੇ ਮਨ ਨੂੰ ਪ੍ਰੇਰਿਆ ਤੇ ਮੈਂ ਬੁਰੇ ਕੰਮ ਲਈ ਤਿਆਰ ਹੋ ਗਿਆ। ਜ਼ਹਿਰ ਦੇਣ ਲਈ ਸਾਹਿਬਜ਼ਾਦੇ ਨੂੰ ਮੈਂ ਵੀ ਸਹਿਮਤ ਹੋ ਗਿਆ ਵੀ ਐਸਾ ਕੰਮ ਕਰਕੇ ਮੈਂ ਤੇ ਆ ਵੀ ਲੋਕ ਗਵਾ ਲਿਆ ਤੇ ਪ੍ਰਲੋਕ ਦੀ ਵਡਿਆਈ ਵੀ ਗਵਾ ਲਈ। ਦੋਹਰਾ ਸ਼੍ਰੀ ਅਰਜਨ ਦਿਜਸੂ ਕਹਿਓ ਮਹਾਮੂੜ ਕਿਆ ਕੀਨ। ਜਦੋਂ ਬ੍ਰਾਹਮਣ ਨੇ ਦੱਸਿਆ ਨਾ ਮਹਾਰਾਜ ਉਹਨੇ 500 ਰੁਪਇਆ ਨਗਦ ਇਨਾਮ ਦਾ ਦੇਣ ਲਈ ਮੈਨੂੰ ਆਖਿਆ ਸੀ, ਅੱਗੋਂ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਮੂਰਖ ਬ੍ਰਾਹਮਣਾ ਇਹ ਤੂੰ ਭਲਾ ਕੀ ਕੀਤਾ ਹੈ। ਸਾਹਿਬਜ਼ਾਦੇ ਮੋਲ ਕੋ 5 ਸਹਸ ਕਰ ਦੀਨ। ਤੂੰ ਸਾਡੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੰਦੀ ਛੋੜ ਦਾਦਾ ਦਾ 500 ਰੁਪਏ ਮੁੱਲ ਸਮਝਿਆ। 500 ਰੁਪਏ ਬਦਲੇ ਤੂੰ ਮਾਰਨ ਲਈ ਤਿਆਰ ਹੋ ਗਈ ਹੈ। ਅਫਸੋਸ ਹੈ ਤੇਰੀ ਮੱਤ ਤੇ ਤੇਰੀ ਅਕਲ ਤੇ 500 ਦੇ ਲਾਲਚ ਵਿੱਚ ਹੀ ਆ ਕੇ ਸਾਹਿਬਜ਼ਾਦੇ ਨੂੰ ਮਾਰਨ ਲੱਗਿਆ ਸੀ। ਬਹੁਰ ਕਹਿਓ ਸੰਗ ਦਾਸ ਕੇ ਧਾਮ ਪ੍ਰਿਥੀਏ ਜਾਏ। ਤੇ ਫਿਰ ਉਸ ਤੋਂ ਬਾਅਦ ਗੁਰੂ ਮਹਾਰਾਜ ਨੇ ਇੱਕ ਸੇਵਾਦਾਰ ਨੂੰ ਤਿਆਰ ਕੀਤਾ ਤੇ ਉਹਨੂੰ ਕਹਿਣ ਲੱਗੇ ਭਾਈ ਤੂੰ ਪ੍ਰਿਥਵੀ ਦੇ ਘਰ ਚਲਿਆ ਜਾ। ਆਨੋ ਸਾਥ ਹਕਾਰ ਕੈ ਲੈ ਕਰ ਹਮਰੋ ਨਾਏ। ਤੇ ਸਾਡਾ ਨਾਮ ਲੈ ਕੇ ਪ੍ਰਿਥਵੀ ਨੂੰ ਕਹਿ ਦੇਵੇਂ ਗੁਰੂ ਅਰਜਨ ਦੇਵ ਮਹਾਰਾਜ ਬੁਲਾ ਰਹੇ ਨੇ ਤੇ ਉਹਨੂੰ ਆਪਣੇ ਨਾਲ ਲੈ ਕੇ ਆਉਣਾ ਹੈ। ਕਬਿਤ ਕਰੋ ਸਨਮਾਨ ਬੋਲ ਮਦਰ ਮਾਨ ਸਾਥ। ਗੁਰੂ ਅਰਜਨ ਦੇਵ ਮਹਾਰਾਜ ਨੇ ਸੇਵਾਦਾਰ ਨੂੰ ਵੇਖ ਲਓ ਇੱਥੋਂ ਤੱਕ ਗੱਲ ਪਹੁੰਚ ਚੁੱਕੀ ਹੈ। ਸਾਹਿਬਜ਼ਾਦੇ ਨੂੰ ਮਾਰਨ ਦੀ ਬਿਉਂਤਬੰਦੀ ਸਾਰੀ ਪ੍ਰਿਥਵੀ ਵੱਲੋਂ ਘੜੀ ਜਾ ਚੁੱਕੀ ਹੈ, ਪਰ ਫਿਰ ਵੀ ਸਤਿਗੁਰੂ ਦਾ ਕਿੱਡਾ ਵੱਡਾ ਜਿਗਰ ਹੈ। ਸੇਵਾਦਾਰ ਨੂੰ ਕਹਿੰਦੇ ਨੇ ਤੂੰ ਜਾ ਕੇ ਬੜੇ ਮਿੱਠੇ ਬਚਨ ਬੋਲਣੇ ਨੇ, ਬੜੇ ਸਤਿਕਾਰ ਦੇ ਨਾਲ ਪ੍ਰਿਥਵੀ ਨੂੰ ਜਾ ਕੇ ਕਹਿਣਾ ਹੈ ਆਨੋ ਹਮ ਧਾਮ ਕੋ ਪ੍ਰਸੰਤਾ ਉਪਾਏ ਮਨ। ਤੇ ਉਹਨੂੰ ਖੁਸ਼ ਕਰਨਾ ਜਾ ਕੇ, ਕੋਈ ਫਿੱਕਾ ਬੋਲ ਨਹੀਂ ਬੋਲਣਾ, ਕੋਈ ਉੜਾਮਾ ਨਹੀਂ ਦੇਣਾ, ਕੋਈ ਬੁਰਾ ਨਹੀਂ ਕਹਿਣਾ ਤੇ ਉਹਨੂੰ ਖੁਸ਼ ਕਰਕੇ ਬੇਨਤੀ ਕਰਕੇ ਤੇ ਬੜੀ ਨਿਮਰਤਾ ਦੇ ਨਾਲ ਸਾਡੇ ਘਰ ਲੈ ਕੇ ਆਉਣਾ ਹੈ। ਗਇਓ ਸੁਣ ਦਾਸ ਬੈਠੋ ਪ੍ਰਿਤਿਆ ਆਵਾਸ ਜਿਸ। ਗੁਰੂ ਘਰ ਵੱਲੋਂ ਭੇਜਿਆ ਹੋਇਆ ਸੇਵਾਦਾਰ ਚਲਿਆ ਗਿਆ ਹੈ। ਜਿੱਥੇ ਪ੍ਰਿਥਿਆ ਆਪਣੇ ਘਰ ਦੇ ਵਿੱਚ ਬੈਠਾ ਸੀ ਉੱਥੇ ਪਹੁੰਚ ਗਿਆ। ਸੀਸ ਕੋ ਨਵਾਏ ਅਬੇ ਬੰਧਨ ਸੁਕੀਨ ਤਿਨ। ਉਹ ਸੇਵਾਦਾਰ ਨੂੰ ਜਿਵੇਂ ਸਤਿਗੁਰੂ ਨੇ ਸਿਖਾਇਆ ਸੀ ਇਹਨੇ ਸਭ ਤੋਂ ਪਹਿਲਾਂ ਜਾ ਕੇ ਪ੍ਰਿਥਵੀ ਅੱਗੇ ਸਿਰ ਨਵਾਇਆ ਤੇ ਉਹਦੇ ਚਰਨਾਂ ਤੇ ਮੱਥਾ ਟੇਕਿਆ। ਆਪ ਕੋ ਹਕਾਰਨ ਕਰਿਓ ਹੈ ਗੁਰੂ ਅਰਜਨ। ਇਹ ਸੰਦੇਸ਼ ਦੇਣ ਲੱਗਿਆ ਦੇਖੋ ਤੁਹਾਡੇ ਛੋਟੇ ਭਰਾਤਾ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਪਾਸ ਬੁਲਾਇਆ ਹੈ। ਅਬ ਹੀ ਉਠੀ ਜੈ ਚੱਲ ਮਿਲਿਐ ਬੇਲੰਬ ਬਿਨ। ਬਿਨਾਂ ਦੇਰ ਤੋਂ ਹੁਣੇ ਹੀ ਉਠੋ ਮੇਰੇ ਨਾਲ ਚੱਲੋ ਤੇ ਜਾ ਕੇ ਸਤਿਗੁਰੂ ਮਹਾਰਾਜ ਨੂੰ ਮਿਲੋ। ਸੁਣ ਕੇ ਹਰਖ ਕਰ ਗਮਨ ਗੁਰੂ ਕੇ ਘਰ। ਪ੍ਰਿਥਵੀ ਨੂੰ ਕੋਈ ਪਤਾ ਨਹੀਂ ਕੀ ਭਾਣਾ ਵਰਤਿਆ ਤੇ ਕੀ ਗਾਂ ਵਰਤਣਾ। ਇਹ ਤਾਂ ਖੁਸ਼ ਹੋ ਕੇ ਸੁਣ ਕੇ ਸੇਵਾਦਾਰ ਤੋਂ ਗੁਰੂ ਘਰ ਵੱਲ ਨੂੰ ਚੱਲ ਪਿਆ ਹੈ। ਮੋਹਿ ਸਾਥ ਕਾਜ ਕੌਣ ਬੂਝਿਓ ਦਾਸ ਪਨ। ਪਰ ਫੇਰ ਵੀ ਮਨ ਦੇ ਵਿੱਚ ਥੋੜਾ ਜਿਹਾ ਤੇ ਖਤਰਾ ਸੀ ਨਾ। ਸੇਵਾਦਾਰ ਨੂੰ ਪੁੱਛਦਾ ਹੈ ਕਹਿੰਦਾ ਕਿਹੜਾ ਕੰਮ ਹੈ, ਕਿਉਂ ਮੈਨੂੰ ਬੁਲਾਇਆ ਗੁਰੂ ਮਹਾਰਾਜ ਨੇ। ਇਹਦਾ ਮਤਲਬ ਇਹ ਸੀ ਕੁਝ ਨਾ ਕੁਝ ਭੇਤ ਲੈਣਾ ਚਾਹੁੰਦਾ। ਮੋਹੇ ਕੋ ਨਾ ਸੁਧ ਕੋਈ ਪਠਿਓ ਚੱਲ ਆਇਓ ਇਤ। ਅੱਗੋਂ ਸੇਵਾਦਾਰ ਨੇ ਵੀ ਇਹ ਜਵਾਬ ਦਿੱਤਾ ਕਹਿੰਦਾ ਮੈਨੂੰ ਕੋਈ ਪਤਾ ਨਹੀਂ, ਇਹ ਸਤਿਗੁਰੂ ਜਾਣਦੇ ਨੇ
ਤੈਨੂੰ ਕਿਉਂ ਬੁਲਾਇਆ ਹੈ? ਤੇ ਮੈਨੂੰ ਤੇ ਸਤਿਗੁਰੂ ਨੇ ਹੁਕਮ ਕੀਤਾ ਜਾ ਕੇ ਪ੍ਰਿਥਵੀ ਨੂੰ ਲੈ ਆਓ, ਤੇ ਮੈਂ ਇੱਧਰ ਚੱਲ ਕੇ ਆ ਗਈਆਂ। ਐਸੇ ਬਾਤ ਬੋਲਤ ਸੋ ਆਇਓ ਗੁਰੂ ਧਾਮ ਕੋ। ਇਉਂ ਗੱਲਾਂ ਬਾਤਾਂ ਕਰਦਿਆਂ ਹੋਇਆਂ ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਪਹੁੰਚ ਗਏ। ਕੋਠੇ ਮੈਂ ਬਿਠਾਇਓ ਦਿਜ ਬੋਲੀਐ ਨ ਬਾਕ ਤੁਮ। ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਪਾਪੀ ਬ੍ਰਾਹਮਣ ਨੂੰ ਇੱਕ ਕੋਠੇ ਵਿੱਚ ਕਮਰੇ ਵਿੱਚ ਬਿਠਾ ਦਿੱਤਾ ਤੇ ਉਹਨੂੰ ਕਹਿੰਦੇ ਤੂੰ ਬੋਲਣਾ ਨਹੀਂ, ਚੁੱਪ ਕਰਕੇ ਅੰਦਰ ਬੈਠੇ ਰਹਿਣਾ ਹੈ। ਹਮਰੇ ਬੁਲਾਏ ਬਿਨ ਬੈਠ ਇੱਕ ਜਾਮ ਕੋ। ਤੇ ਸਾਡੇ ਬੁਲਾਏ ਤੋਂ ਬਿਨਾ ਤੂੰ ਬੋਲਣਾ ਨਹੀਂ। ਇੱਕ ਪੈਰ ਚੁੱਪਚਾਪ ਤੂੰ ਇੱਕ ਕਮਰੇ ਦੇ ਵਿੱਚ ਉਹਨੂੰ ਬਿਠਾ ਦਿੱਤਾ ਤੇ ਉੱਤੇ ਪਹਿਰਾ ਲਾ ਦਿੱਤਾ ਵੀ ਤੂੰ ਨਾ ਬਾਹਰ ਨਿਕਲਣਾ ਨਾ ਬੋਲਣਾ ਹੈ। ਵਿਪਰ ਨੇ ਅਲਾਇਓ ਜਿਵੇਂ ਆਪਨੇ ਬਤਾਇਓ ਤਿਮ। ਅੱਗੋਂ ਬ੍ਰਾਹਮਣ ਨੇ ਆਖਿਆ ਸੱਚੇ ਪਾਤਸ਼ਾਹ ਜਿਵੇਂ ਤੁਸੀਂ ਮੈਨੂੰ ਹੁਕਮ ਕੀਤਾ ਹੈ ਤੇ ਮੈਂ ਉਸੇ ਤਰ੍ਹਾਂ ਮੰਨਾਂਗਾ। ਘਰੋਂ ਬੈਠ ਰਹੂੰ ਜਬ ਲਿਹੋ ਮਮ ਨਾਮ ਕੋ। ਤੇ ਮੈਂ ਉਹਨਾਂ ਚਿਰ ਚੁੱਪਚਾਪ ਬੈਠਾ ਰਵਾਂਗਾ ਜਦੋਂ ਮੇਰਾ ਨਾਮ ਲੈ ਕੇ ਬੁਲਾਓਗੇ ਤੇ ਉਸ ਵੇਲੇ ਮੈਂ ਬੋਲਾਂਗਾ ਤੇ ਬਾਹਰ ਆ ਜਾਵਾਂਗਾ। ਅਬ ਮੈਂ ਛਪੀ ਨਾ ਰੱਖੂੰ ਜਥਾ ਰਥ ਸੋਈ ਭਾਖੂੰ। ਤੇ ਬ੍ਰਾਹਮਣ ਕਹਿੰਦਾ ਜਦੋਂ ਤੁਸੀਂ ਮੈਨੂੰ ਆਵਾਜ਼ ਮਾਰੀ ਉਸ ਵੇਲੇ ਮੈਂ ਬਾਹਰ ਆਵਾਂਗਾ, ਫਿਰ ਮੈਂ ਸਾਰੀ ਗੱਲ ਕੋਈ ਵੀ ਗੁੱਝੀ ਨਹੀਂ ਰੱਖਾਂਗਾ ਤੇ ਜਿਹੜੀ ਗੱਲ ਸੱਚੀ ਗੱਲ ਹੈ ਉਹ ਸਾਰੀ ਮੂੰਹ ਤੇ ਆਖ ਦੇਵਾਂਗਾ। ਮੁਕਰ ਨਾ ਦੇਹ ਬਿਗਾੜਿਓ ਜਮ ਕਾਮ ਕੋ। ਤੇ ਮੈਂ ਪ੍ਰਿਥਵੀ ਦੇ ਸਾਹਮਣੇ ਉਹਨੂੰ ਵੀ ਮੁਕਰ ਨਹੀਂ ਦੇਵਾਂਗਾ, ਕਿਉਂਕਿ ਮੇਰੇ ਤੇ ਦੋਹਾਂ ਦੇ ਵਿੱਚ ਗੱਲ ਹੋਈ ਸੀ ਤੇ ਉਹ ਜਿੰਨਾ ਮਰਜ਼ੀ ਉਹ ਜ਼ੋਰ ਲਾ ਲਵੇ ਤੇ ਮੈਂ ਬਿਲਕੁਲ ਉਹਦੇ ਮੂੰਹ ਤੇ ਖਰੀਆਂ ਖਰੀਆਂ ਸੁਣਾਵਾਂਗਾ। ਤੇ ਜਿਸਨੇ ਮੇਰਾ ਵੀ ਕੰਮ ਵਿਗਾੜ ਦਿੱਤਾ ਹੈ, ਇੰਨੇ ਚਿਰ ਦਾ ਮੈਂ ਗੁਰੂ ਘਰ ਵਿੱਚ ਰਹਿੰਦਾ ਸੀ, ਮੇਰਾ ਵੀ ਵਿਸ਼ਵਾਸ ਗਵਾ ਦਿੱਤਾ ਹੈ। ਇਤਨੇ ਮੈਂ ਪਛਿਆ ਪਹੁੰਚਿਓ ਗੁਰੂ ਪਾਸ ਆਨ। ਬਸ ਇੰਨੇ ਸਮੇਂ ਦੇ ਦਰਮਿਆਨ ਹੀ ਪ੍ਰਿਥਿਆ ਗੁਰੂ ਮਹਾਰਾਜ ਦੇ ਘਰ ਆ ਕੇ ਪਹੁੰਚ ਗਿਆ। ਏਤ ਸਨਮਾਨ ਕੇ ਉਠੇ ਹੈ ਕੀਨ ਬੰਧਨ। ਲਓ ਵੇਖ ਲਓ ਗੁਰੂ ਅਰਜਨ ਦੇਵ ਮਹਾਰਾਜ ਦਾ ਸੁਭਾਅ ਵੀ ਵੱਡਾ ਭਰਾ ਜਾਣ ਕੇ ਉੱਠ ਕੇ ਖੜੇ ਹੋ ਗਏ ਨੇ ਤੇ ਬੜਾ ਅਦਬ ਕੀਤਾ, ਜਿਉਂ ਆਇਆ ਕਿਹਾ ਤੇ ਨਾਲੇ ਚਰਨਾਂ ਤੇ ਸਿਰ ਵੀ ਝੁਕਾ ਦਿੱਤਾ। ਮਧੁਰ ਮਹਾਨ ਕੋ ਬਖਾਨ ਕਹਿ ਬਿਠਾਇਓ ਤੀ। ਆ ਹੈ ਤਰੀਕਾ ਜਿਹੜਾ ਕੋਈ ਸਿੱਖਿਆ ਲੈਣ ਦਾ। ਜੇ ਕਿਸੇ ਨਾਲ ਸਾਡਾ ਕੋਈ ਝਗੜਾ ਵੀ ਹੋਇਆ ਤੇ ਫਿਰ ਉਹਨੂੰ ਕਿਵੇਂ ਸਤਿਕਾਰ ਦੇਣਾ। ਸਤਿਗੁਰੂ ਮਹਾਰਾਜ ਨੇ ਬਹੁਤ ਮਿੱਠੇ ਬਚਨ ਬੋਲ ਕੇ ਤੇ ਆਪਣੇ ਕੋਲ ਬਿਠਾਇਆ। ਕਹਿਣ ਲੱਗੇ ਆਓ ਭਰਾਤਾ ਜੀ, ਆਓ ਸਾਡੇ ਕੋਲ ਬੈਠ ਜਾਓ। ਆਪ ਤੇ ਅਦਕ ਕਰ ਜਾਨ ਦੁਖ ਕੰਦਨ। ਤੇ ਦੁੱਖਾਂ ਨੂੰ ਕੱਟਣ ਵਾਲੇ ਸਤਿਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਜਾਣ ਕੇ ਵੀ ਸਰੀਰਕ ਤੌਰ ਤੇ ਇਹ ਸਾਡੇ ਨਾਲੋਂ ਵੱਡਾ ਹੈ, ਕਿਉਂਕਿ ਪ੍ਰਿਥਵੀ ਵੱਡਾ ਭਰਾ ਸੀ ਤੇ ਗੁਰੂ ਮਹਾਰਾਜ ਨੇ ਉਹ ਸੰਸਾਰਕ ਦ੍ਰਿਸ਼ਟੀਕੋਣ ਤੋਂ ਵੱਡਾ ਭਰਾ ਜਾਣ ਕੇ ਇਹਦਾ ਪੂਰਾ ਸਤਿਕਾਰ ਕੀਤਾ ਹੈ। ਨਿਮਰ ਹੋਏ ਬੋਲੇ ਭਰਾਤ ਹਮਰੇ ਬਸਾਲ ਤੁਮ। ਤੇ ਬੜੀ ਹਲੀਮੀ ਨਾਲ ਗੁਰੂ ਮਹਾਰਾਜ ਕਹਿਣ ਲੱਗੇ ਬਾਬਾ ਪ੍ਰੀਤੀ ਚੰਦ ਜੀ ਤੁਸੀਂ ਸਾਡੇ ਵੱਡੇ ਭਰਾ ਹੋ। ਆਦਰ ਸਥਾਨ ਸਦਾ ਕਹੇ ਹਮ ਮੰਦਨ। ਤੁਸੀਂ ਸਾਡੇ ਆਦਰ ਦੇ ਯੋਗ ਹੋ, ਆਦਰ ਦੇ ਸਥਾਨ ਹੋ। ਅਸੀਂ ਕਦੇ ਵੀ ਆਪ ਜੀ ਨੂੰ ਕਦੇ ਮਾੜਾ ਬਚਨ ਨਹੀਂ ਹੁਣ ਤੱਕ ਆਖਿਆ, ਨਾ ਹੀ ਆਖਾਂਗੇ। ਦਵੈਸ਼ ਕੋ ਨਾ ਲੇਸ਼ ਲਖ ਵਾਪ ਤੇ ਵਿਸ਼ੇਸ਼ ਹਮ। ਦੇਖੋ ਨਾ ਅਸੀਂ ਤੁਹਾਡੇ ਬਾਰੇ ਕੋਈ ਲੇਸ਼ ਮਾਤਰ ਜ਼ਰਾ ਮਾਤਰ ਕੋਈ ਮਨ ਦੇ ਵਿੱਚ ਈਰਖਾ ਦਵੈਸ਼ ਰੱਖਦੇ ਹਾਂ। ਅਸੀਂ ਤੇ ਹਮੇਸ਼ਾ ਆਪਣੇ ਨਾਲੋਂ ਤੁਹਾਨੂੰ ਵੱਡਾ ਹੀ ਸਮਝ ਰਹੇ ਹਾਂ। ਜਾਨਤ ਅਸ਼ੇਸ਼ ਤੁਮ ਬਨਤ ਬਿਲੰਦਨ। ਦੇਖੋ ਅਸੀਂ ਤੁਹਾਡੇ ਸਾਹਮਣੇ ਅਸੀਂ ਆਪਣੇ ਆਪ ਵੱਡੇ ਨਹੀਂ ਬਣਦੇ ਤੇ ਤੁਹਾਨੂੰ ਆਪਣੇ ਨਾਲੋਂ ਵੱਧ ਸਤਿਕਾਰ ਦਿੰਦੇ ਹਾਂ, ਤੁਹਾਨੂੰ ਵੱਡਾ ਸਮਝਦੇ ਹਾਂ। ਬੜੋ ਭਰਾਤ ਪਿਤਾ ਕੇ ਸਮਾਨ ਜਗ ਜਾਨੀਅਤ। ਦੇਖੋ ਸੰਸਾਰ ਦੇ ਵਿੱਚ ਵੱਡੇ ਭਰਾ ਨੂੰ ਪਿਤਾ ਦੇ ਸਮਾਨ ਸਮਝਿਆ ਜਾਂਦਾ ਹੈ। ਇਤ ਕੋ ਕਰਤ ਇਹੀ ਵਾਰਤਾ ਪ੍ਰਮਾਨ ਕੀ। ਤੇ ਜਿਹੜਾ ਵੱਡਾ ਭਰਾ ਵੀ ਛੋਟੇ ਭਰਾਵਾਂ ਦੇ ਨਾਲ ਬੜਾ ਪਿਆਰ ਕਰਦਾ ਹੁੰਦਾ ਹੈ। ਇਹ ਵਾਰਤਾ ਬੜੀ ਪ੍ਰਮਾਣਿਕ ਮੰਨੀ ਗਈ ਹੈ। ਵੈਰ ਮਨ ਠਾਨੈ ਤੋ ਹਮਾਰੇ ਸੰਗ ਹੋਏ ਤੇਰੋ। ਸਤਿਗੁਰੂ ਕਹਿਣ ਲੱਗੇ ਪ੍ਰਿਥਵੀ ਨੂੰ, ਕਹਿਣ ਲੱਗੇ ਭਰਾਤਾ ਜੀ ਜੇ ਤੁਸੀਂ ਵੈਰ ਕਰਨਾ ਤੇ ਸਾਡੇ ਨਾਲ ਤੁਸੀਂ ਕਰੋ। ਭਰਾਵਾਂ ਦੇ ਵਿੱਚ ਸ਼ਰੀਕਾ ਹੁੰਦਾ ਹੈ, ਭਰਾਵਾਂ ਦਾ ਭਰਾਵਾਂ ਦੇ ਨਾਲ ਵੈਰ ਹੋ ਸਕਦਾ ਹੈ। ਕਲਯੁਗ ਦਾ ਸਮਾਂ ਹੈ,
ਇਸ ਲਈ ਸਤਿਗੁਰੂ ਕਹਿਣ ਲੱਗੇ ਤੁਸੀਂ ਵੱਡੇ ਭਰਾ ਹੋ, ਜੇ ਵੈਰ ਕਰਨਾ ਤੇ ਸਾਡੇ ਨਾਲ ਕਰੋ। ਬਾਲਕ ਅਦੋਸ਼ ਨਹੀਂ ਮਿੱਤਰ ਸ਼ਤਰ ਜਾਨ ਕੀ। ਤੇ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਹਾਲੇ ਬੱਚੇ ਨੇ, ਉਹਨਾਂ ਨੂੰ ਤੇ ਮਿੱਤਰ ਤੇ ਦੁਸ਼ਮਣ ਦੀ ਵੀ ਕੋਈ ਪਛਾਣ ਨਹੀਂ ਹੈ। ਬੱਚਿਆਂ ਨਾਲ ਕਾਹਦਾ ਵੈਰ ਹੁੰਦਾ? ਕਿ ਸਾਨੂੰ ਵੀ ਸਿੱਖਿਆ ਹੈ ਜੇ ਭਰਾਵਾਂ ਵਿੱਚ ਲੜਾਈ ਹੋਵੇ ਬੱਚਿਆਂ ਦੇ ਸੰਸਕਾਰ ਮਾੜੇ ਨਾ ਪਾਓ, ਪਰ ਸਾਡਾ ਸੁਭਾਅ ਇਹ ਹੁੰਦਾ ਹੈ ਵੀ ਜਦੋਂ ਭਰਾਵਾਂ ਵਿੱਚ ਲੜਾਈ ਹੋਵੇ ਬੱਚਿਆਂ ਨੂੰ ਵੀ ਗਲਤ ਸੰਸਕਾਰ ਦੇਣ ਲੱਗ ਜਾਂਦੇ ਆ ਵੀ ਤੁਸੀਂ ਉਹਨਾਂ ਨੂੰ ਬੁਲਾਉਣਾ ਨਹੀਂ, ਤੁਸੀਂ ਉਹਨਾਂ ਵੱਲ ਝਾਕਣਾ ਨਹੀਂ, ਜੇ ਬੁਲਾਉਣ ਵੀ ਤਾਂ ਵੀ ਉਹਨਾਂ ਦੇ ਕੋਲ ਨਹੀਂ ਜਾਣਾ। ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ। ਕੋਈ ਸਿੱਖਿਆ ਵੀ ਸਾਨੂੰ ਲੈਣੀ ਚਾਹੀਦੀ ਹੈ। ਬੱਚੇ ਤੇ ਰੱਬ ਦਾ ਰੂਪ ਹੁੰਦੇ ਨੇ, ਉਹਨਾਂ ਨੂੰ ਆਪਾਂ ਕਿਉਂ ਇਹੋ ਜਿਹੀਆਂ ਵੀ ਗਲਤ ਕੰਮਾਂ ਦੇ ਵਿੱਚ ਸੰਸਕਾਰ ਦਿੰਦੇ ਆ। ਲੋ ਸਤਿਗੁਰੂ ਕਹਿੰਦੇ ਨੇ ਬੱਚੇ ਤੇ ਬਿਲਕੁਲ ਨਿਰਦੋਸ਼ ਹੁੰਦੇ ਨੇ, ਬੇਕਸੂਰ ਹੁੰਦੇ ਨੇ, ਤੇ ਉਹਨਾਂ ਨੂੰ ਮਿੱਤਰ ਤੇ ਦੁਸ਼ਮਣ ਦੀ ਵੀ ਸਮਝ ਨਹੀਂ ਹੁੰਦੀ। ਉਹਨਾਂ ਨਾਲ ਵੈਰ ਕਿਉਂ ਕਰਦੇ ਹੋ? ਖੋਟੋ ਕਾਮ ਕੀਨ ਬਿਖ ਦਦੀ ਸੋ ਦਵਾਏ ਦੀਨ। ਦੇਖੋ ਤੁਸੀਂ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦਹੀਂ ਦੇ ਵਿੱਚ ਜ਼ਹਿਰ ਮਿਲਾ ਕੇ ਦੇਣ ਦੀ ਸਾਜ਼ਿਸ਼ ਤਿਆਰ ਕੀਤੀ। ਇਹ ਤੁਹਾਨੂੰ ਪਤਾ ਹੈ। ਹੁਣ ਪ੍ਰਿਥਵੀ ਸਾਹਮਣੇ ਬੈਠਾ ਹੈ, ਹੋਰ ਵੀ ਸੰਗਤਾਂ ਬੈਠੀਆਂ ਨੇ, ਮਾਤਬਰ ਸਿੱਖ ਵੀ ਬੈਠੇ ਨੇ, ਤੇ ਗੁਰੂ ਮਹਾਰਾਜ ਨੇ ਮੂੰਹ ਤੇ ਸਾਰੀਆਂ ਗੱਲਾਂ ਆਖੀਆਂ। ਦੇਖ ਲਓ ਤੁਸੀਂ ਸਾਡੇ ਵੱਡੇ ਭਰਾ ਹੋ, ਇਹ ਗੱਲਾਂ ਤੁਹਾਡੇ ਵਾਸਤੇ ਢੁਕਦੀਆਂ ਨਹੀਂ, ਸੋਭਦੀਆਂ ਨਹੀਂ, ਫੱਬਦੀਆਂ ਨਹੀਂ। ਤੁਸੀਂ ਦੇਖ ਲਓ ਸਾਹਿਬਜ਼ਾਦੇ ਨੂੰ ਦਹੀਂ ਵਾਲਾ ਜ਼ਹਿਰ ਦੇਣ ਦਾ ਯਤਨ ਕੀਤਾ। ਵਿਪਰ ਕੋ ਲੁਭਾਏ ਲੀਨ ਪ੍ਰਿਉਰਿਓ ਦੁਰਬਾਨ ਕੀ। ਤੇ ਤੁਸੀਂ ਬ੍ਰਾਹਮਣ ਨੂੰ ਲਾਲਚ ਦੇ ਕੇ ਉਹਨੂੰ ਵਰਗ ਲਾਇਆ, ਉਹਨੂੰ ਗੁੰਮਰਾਹ ਕੀਤਾ, ਤੇ ਫਿਰ ਉਹਨੂੰ ਪ੍ਰੇਰਿਓ ਦੁਰਬਾਨ ਕੀ, ਵੀ ਜਿਹੜੀ ਖੋਟੀ ਬਾਣੀ ਕਹਿ ਕੇ ਭਾਵ ਉਹਨੂੰ ਗਲਤ ਸਿੱਖਿਆ ਦੇ ਕੇ ਤੇ ਤੁਸੀਂ ਉਹਨੂੰ ਪ੍ਰੇਰ ਲਿਆ, ਭਾਵ ਉਹਨੂੰ ਜ਼ਹਿਰ ਦੇਣ ਲਈ ਸਹਿਮਤ ਕਰ ਲਿਆ। ਲਾਜ ਨਾ ਜਹਾਨ ਕੀ ਨਾ ਕੀਨ ਕੋ ਲਕਾਨ ਕੀ। ਦੇਖੋ ਤੁਸੀਂ ਦੁਨੀਆ ਦੀ ਸ਼ਰਮ ਹਜਾਵੀ ਨਹੀਂ ਮੰਨੀ ਵੀ ਬੱਚੇ ਨੂੰ ਜ਼ਹਿਰ ਦੇਣੀ ਘੋਰ ਪਾਪ ਗਿਣਿਆ ਜਾਂਦਾ ਹੈ। ਨਾ ਆਪਣੇ ਗੁਰੂ ਕੋਲ ਦੀ ਕਾਨ ਕਨੌੜੀ ਇੱਜ਼ਤ ਦਾ ਖਿਆਲ ਰੱਖਿਆ ਹੈ। ਨਾ ਰੀਤ ਦਇਆਵਾਨ ਕੀ ਨਾ ਪਾਪ ਕੀ ਪਛਾਨ ਕੀ। ਤੇ ਇਹ ਜਿਹੜੇ ਦਿਆਲੂ ਪੁਰਸ਼ ਹੁੰਦੇ ਨੇ ਉਹਨਾਂ ਦੀ ਵੀ ਇਹ ਰੀਤ ਮਰਜ਼ਾਦਾ ਨਹੀਂ ਹੁੰਦੀ, ਤੇ ਨਾ ਹੀ ਤੁਸੀਂ ਇਹ ਸੋਚਿਆ ਵੀ ਅਸੀਂ ਘੋਰ ਪਾਪ ਕਰ ਰਹੇ ਹਾਂ। ਜਮ ਕੋ ਨਾ ਜਾਣਿਓ ਨਾ ਕਲੰਕ ਕੋ ਪਰਮਾਨਿਓ ਹਵੈ। ਪ੍ਰਿਥਵੀ ਨੂੰ ਸਤਿਗੁਰੂ ਕਹਿੰਦੇ ਨੇ ਦੇਖੋ ਤੁਸੀਂ ਜਮ ਨੂੰ ਵੀ ਨਹੀਂ ਕੁਛ ਸਮਝਿਆ ਵੀ ਅੱਗੇ ਧਰਮਰਾਜ ਦੇ ਜਾ ਕੇ ਸਾਹਮਣੇ ਲੇਖਾ ਦੇਣਾ ਪੈਣਾ ਹੈ। ਤੁਸੀਂ ਇਸ ਗੱਲ ਨੂੰ ਵੀ ਭੁੱਲ ਗਏ, ਤੇ ਤੁਸੀਂ ਵੀ ਸਾਨੂੰ ਕਲੰਕ ਲੱਗੇਗਾ ਇਸ ਗੱਲ ਨੂੰ ਵੀ ਪ੍ਰਵਾਨ ਨਹੀਂ ਕੀਤਾ। ਅਜਾਨ ਹੈ ਤੁਹਾਨਿਓ ਕਾਜ ਠਾਨਿਓ ਮਤ ਮੰਦ ਕੀ। ਤੇ ਤੁਸੀਂ ਅਣਜਾਣ ਪੁਣੇ ਦੇ ਵਿੱਚ ਹੀ ਹਿਤ ਜਿਹੜਾ ਭਲਾ ਸੀ ਕਿਸੇ ਦਾ ਉਹਨੂੰ ਨਾਸ ਕਰ ਦਿੱਤਾ, ਤੇ ਇਹ ਬਹੁਤ ਖੋਟੀ ਮਤ ਵਾਲਾ ਤੁਸੀਂ ਕੰਮ ਕੀਤਾ ਹੈ। ਰਾਖੇ ਗੁਰੂ ਨਾਨਕ ਸਹਾਇ ਭਿਆਨ ਕਰ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ, ਉਹ ਸਾਡੇ ਆਖੀ ਅੰਗ ਸੰਗ ਸਹਾਈ ਹੋਏ ਹਨ। ਗੁਰ ਮੇਰਾ ਸੰਗ ਸਦਾ ਹੈ ਨਾਲੇ। ਗੁਰੂ ਨਾਨਕ ਸਾਹਿਬ ਸਾਡੇ ਅੰਗ ਸੰਗ ਸਹਾਈ ਰਹਿੰਦੇ ਹਨ। ਤੇਰੇ ਮੁਖ ਕਾਲਖ ਲਗਾਈ ਜਿਮ ਚੰਦ ਕੋ। ਤੇ ਤੇਰੇ ਮੂੰਹ ਨੂੰ ਹੁਣ ਕਾਲਸ ਲੱਗ ਗਈ ਹੈ, ਜਿਵੇਂ ਚੰਦਰਮਾ ਹੈ ਤੇ ਬੜਾ ਸੁੰਦਰ ਹੁੰਦਾ, ਪੂਰਨਮਾਸ਼ੀ ਦਾ ਚੰਦਰਮਾ ਚੜਿਆ ਹੋਵੇ ਬੜਾ ਸੋਹਣਾ ਲੱਗਦਾ ਹੈ, ਪਰ ਉਸ ਚੰਦਰਮਾ ਨੂੰ ਕਲੰਕ ਵੀ ਲੱਗਿਆ ਹੋਇਆ, ਵਿੱਚ ਧੱਬੇ ਵੀ ਦਿਖਾਈ ਦਿੰਦੇ ਨੇ। ਇਸ ਤਰ੍ਹਾਂ ਤੁਸੀਂ ਵੀ ਆਪਣੇ ਮੂੰਹ ਤੇ ਤੁਹਾਡਾ ਚੰਦਰਮਾ ਵਰਗਾ ਸੀ, ਬੜਾ ਸੋਹਣਾ ਸੀ, ਪਰ ਤੁਸੀਂ ਉਹਨੂੰ ਕਲੰਕ ਲਾ ਬੈਠੇ ਹੋ। ਮਿਟੇ ਨਾ ਪਖਾਰੀ ਦਿਨੋ ਦਿਨ ਹੋਏ ਕਾਰੀ ਬਹੁ। ਇਹ ਜਿਹੜੀ ਪਾਪਾਂ ਦੀ ਕਾਲਸ ਤੁਸੀਂ ਲਾ ਲਈ ਹੈ ਨਾ, ਇਹ ਧੋਤੀਆਂ ਵੀ ਮਿਟੇਗੀ ਨਹੀਂ। ਦਿਨੋਂ ਦਿਨ ਇਹਨੇ ਹੋਰ ਗੂੜੀ ਹੋਈ ਜਾਣਾ ਤੇ ਹੋਰ ਤੁਹਾਡੇ ਮੂੰਹ ਦੇ ਉੱਤੇ ਚਮਕੇਗੀ। ਆਪ ਜਸ ਭਾਰੀ ਦੁੱਖ ਕਾਰੀ ਲੈ ਬਿਲੰਦ ਕੋ। ਤੇ ਤੁਹਾਡਾ ਭਾਰੀ ਆਪ ਜਸ ਨਰਾਦਰ ਹੋਵੇਗਾ ਤੇ ਨਾਲ ਬੜਾ ਭਾਰੀ ਦੁੱਖ ਦੇਣ ਵਾਲੀ ਹੋਵੇਗੀ ਇਹ ਜਿਹੜੀ ਤੁਹਾਡੇ ਮੂੰਹ ਨੂੰ ਪਾਪਾਂ ਦੀ ਕਾਲਸ ਲੱਗ ਚੁੱਕੀ ਹੈ। ਹੰਸਨ ਕੇ ਕੀਚ ਜਿਮ ਕਾਲਮਾ ਕਮਲ ਬੀਚ। ਇਸ ਤਰ੍ਹਾਂ ਹੈ ਜਿਵੇਂ ਹੰਸਾਂ ਨੂੰ ਚਿੱਕੜ ਲੱਗ ਜਾਵੇ। ਹੰਸ ਦਾ ਰੰਗ ਬੜਾ ਦੁੱਧ ਵਰਗਾ ਚਿੱਟਾ ਹੁੰਦਾ, ਜੇ ਉਹਦੇ ਉੱਤੇ ਚਿੱਕੜ ਲੱਗ ਜਾਵੇ ਨਾ ਤੇ ਉਹ ਬੜਾ ਭੈੜਾ ਲੱਗਦਾ। ਇਸੇ ਤਰ੍ਹਾਂ ਜਿਵੇਂ ਕਾਲਮਾ ਕਮਲ ਬੀਚ, ਕਮਲ ਦਾ ਫੁੱਲ ਬੜਾ ਸੋਹਣਾ ਹੁੰਦਾ, ਜੇ ਉਹਦੇ ਵਿੱਚ ਕੋਈ ਨਾ ਕੋਈ ਉਹ ਕਾਲਸ ਲੱਗ ਜਾਵੇ, ਕਈ ਵਾਰੀ ਕਾਈ ਲੱਗ ਜਾਂਦੀ ਹੈ,
ਤੇ ਉਹ ਵੀ ਬਹੁਤ ਭੈੜੀ ਲੱਗਦੀ ਹੈ। ਤਿਮ ਬੁੱਧ ਨੀਚ ਤੇਰੀ ਕਰੈ ਛੰਦ ਬੰਦ ਕੋ। ਇਸੇ ਤਰ੍ਹਾਂ ਪ੍ਰਿਥਵੀ ਨੂੰ ਕਹਿੰਦੇ ਤੇਰੀ ਬੁੱਧੀ ਬਹੁਤ ਨਖਿੱਧ ਹੈ, ਬਹੁਤ ਨੀਚ ਹੈ, ਤੂੰ ਵੀ ਬੜੇ ਛਲ ਫਰੇਬ ਕਰਦਾ ਹੀ ਰਹਿਣਾ ਹੈ। ਲਾਗਿਓ ਏਕ ਅੰਕ ਹੀ ਕਲੰਕ ਮੁਖ ਤੇਰੇ ਅਬ। ਬਈ ਵੇਖ ਹੁਣ ਇੱਕੋ ਵਾਰ ਹੀ ਤੇਰੇ ਮੂੰਹ ਤੇ ਏਡਾ ਵੱਡਾ ਇੱਕ ਕਲੰਕ ਲੱਗ ਗਿਆ ਹੈ, ਧੱਬਾ ਲੱਗਿਆ ਹੈ। ਰਹੇ ਚਿਰ ਕਾਲ ਦਹੇ ਚਿਤ ਕੁਲ ਸੁਨ ਸੁਨ। ਬੜੇ ਲੰਬੇ ਸਮੇਂ ਤੱਕ ਤੇਰੇ ਮੂੰਹ ਤੇ ਕਲੰਕ ਲੱਗਿਆ ਰਹੇਗਾ ਤੇ ਜਿਹੜੀ ਤੇਰੀ ਕੋਲ ਬੰਸ ਵੀ ਹੋਵੇਗੀ ਉਹ ਵੀ ਇਹਨਾਂ ਗੱਲਾਂ ਨੂੰ ਸੁਣ ਸੁਣ ਕੇ ਉਹਨਾਂ ਦਾ ਵੀ ਚਿੱਤ ਸੜੇਗਾ ਵੀ ਹਾਂ ਸਾਡੇ ਵੱਡੇ ਵਡੇਰਿਆਂ ਨੇ ਆਹ ਕਾਲੇ ਕਾਰਨਾਮੇ ਕੀਤੇ, ਉਹਨਾਂ ਨੂੰ ਵੀ ਸ਼ਰਮ ਆਵੇਗੀ। ਫੋਟੋ ਤੁਝ ਜਾਣੇ ਮੌਨ ਠਾਨੈ ਨਾ ਬਖਾਨੈ ਕਸ਼। ਜਿਹੜੀ ਤੇਰੀ ਬੰਸ ਹੋਵੇਗੀ, ਤੇਰੇ ਪੋਤਰੇ ਪੜਪੋਤਰੇ ਹੋਣਗੇ, ਖੋਟੋ ਤੁਝ ਜਾਣੈ, ਉਹ ਤੈਨੂੰ ਬਹੁਤ ਖੋਟਾ ਬੇਈਮਾਨ ਧੋਖੇਬਾਜ਼ ਸਮਝਣਗੇ। ਤੇ ਜਦੋਂ ਕੋਈ ਉਹਨਾਂ ਦੇ ਮੂੰਹ ਤੇ ਗੱਲਾਂ ਆਖੇਗਾ ਵੀ ਤੁਹਾਡੇ ਵੱਡੇ ਵਡੇਰਿਆਂ ਨੇ ਆਹ ਕਾਰਾ ਕੀਤਾ ਹੈ, ਕੋਈ ਜਵਾਬ ਨਹੀਂ ਆਵੇਗਾ, ਚੁੱਪ ਹੋਣਾ ਪਵੇਗਾ। ਸੰਗਤਾਂ ਮਝਾਰ ਪਛਤਾਵੇਂ ਸੀਸ ਧੁਨ ਧੁਨ। ਤੇ ਜਦੋਂ ਸੰਗਤਾਂ ਦੇ ਵਿੱਚ ਇਹ ਗੱਲ ਚੱਲੇਗੀ ਨਾ, ਜਿਹੜੀ ਤੇਰੀ ਔਲਾਦ ਹੈ ਉਹ ਵੀ ਸਿਰ ਨੂੰ ਧੁਣ ਧੁਣ ਕੇ ਪਛਤਾਵੇਗੀ, ਕਿਉਂਕਿ ਲੋਕਾਂ ਨੇ ਤੁਹਾਡੀ ਬੰਸ ਦੇ ਮੂੰਹ ਦੇ ਉੱਤੇ ਗੱਲਾਂ ਕਹਿਣੀਆਂ ਨੇ। ਹੁਣ ਇਤਿਹਾਸ ਚੱਲ ਰਿਹਾ, ਗੱਲਾਂ ਤੇ ਕਰਨੀਆਂ ਪੈਂਦੀਆਂ ਨੇ। ਤੇ ਜਿਹੜੇ ਹੁਣ ਪ੍ਰਿਥਵੀ ਦੇ ਕੋਈ ਪੈਰੋਕਾਰ ਹੋਣਗੇ ਉਹਨਾਂ ਨੂੰ ਦੁੱਖ ਤੇ ਹੋਣਾ ਹੀ ਹੋਣਾ ਹੈ। ਸੁਣੈ ਗੁਰ ਸਿੱਖ ਦੀਨੀ ਬਾਲਕ ਕੋ ਬਿਖੈਨ। ਦੇਖ ਜਿਹੜਾ ਤੂੰ ਇਹ ਕੰਮ ਕੀਤਾ ਨਾ, ਇਹ ਤੂੰ ਕੋਲ ਨੂੰ ਕਲੰਕ ਲਾ ਦਿੱਤਾ ਤੇ ਆਪਣੀ ਔਲਾਦ ਲਈ ਵੀ ਕੰਡੇ ਬੀਜ ਦਿੱਤੇ ਨੇ। ਹੁਣ ਜਿਹੜੇ ਗੁਰਸਿੱਖ ਮਾਈ ਭਾਈ ਸੁਣਨਗੇ ਵੀ ਪ੍ਰਿਥਵੀ ਨੇ ਸਾਹਿਬਜ਼ਾਦੇ ਨੂੰ ਜ਼ਹਿਰ ਦਿੱਤੀ ਹੈ। ਕਾਹੇਂਗੇ ਨਾ ਮੁਖ ਪਿਖ ਦੋਸ਼ ਮਹਾ ਗੁਣ ਗਣ। ਉਹ ਨਾ ਤੇਰਾ ਨਾ ਤੇਰੀ ਸੰਤਾਨ ਨਾ ਮੂੰਹ ਵੀ ਦੇਖਣਾ ਨਹੀਂ ਚਾਹਣਗੇ ਤੇ ਬਹੁਤ ਵੱਡੇ ਦੋਸ਼ੀ ਗਿਣ ਗਿਣ ਕੇ ਵਿਚਾਰ ਵਿਚਾਰ ਕੇ ਉਹ ਸਾਰੇ ਨਫ਼ਰਤ ਕਰਨਗੇ। ਨਿੰਦ ਕੋ ਉਚਾਰੈ ਤੇਰੀ ਕ੍ਰਿਤ ਕੋ ਤਿਕਾਰੇ ਸਭ। ਤੇ ਸਭ ਸੰਗਤਾਂ ਤੇਰੀ ਨਿੰਦਿਆ ਕਰਨਗੀਆਂ ਤੇ ਤੇਰੇ ਇਸ ਕਾਲੇ ਕਾਰਨਾਮੇ ਨੂੰ ਸਾਰੇ ਲਾਹਣਤਾਂ ਪਾਉਣਗੇ। ਫੈਲੇ ਜਗ ਸਾਰੇ ਪਨੇ ਆਪਸ ਮੈਂ ਪੁਨ ਪੁਨ। ਤੇ ਸਾਰੇ ਸੰਸਾਰ ਦੇ ਵਿੱਚ ਇਹ ਗੱਲ ਫੈਲ ਜਾਵੇਗੀ ਤੇ ਆਪਸ ਵਿੱਚ ਜਿੰਨੇ ਗੁਰਸਿੱਖ ਮਾਈ ਭਾਈ ਨੇ ਬਾਰ-ਬਾਰ ਗੱਲਾਂ ਰਿਪੀਟ ਕਰਨਗੇ ਵੀ ਹੈ ਪ੍ਰਿਥਵੀ ਇਹੋ ਜਿਹਾ ਹੋਇਆ, ਉਹਨੇ ਸਾਹਿਬਜ਼ਾਦੇ ਨੂੰ ਜ਼ਹਿਰ ਦੇਤੀ, ਇੰਨਾ ਪਾਪੀ, ਇੰਨਾ ਬੇਈਮਾਨ, ਇੰਨਾ ਘੋਰ ਜ਼ਾਲਮ ਹੋਇਆ। ਇਸ ਤਰ੍ਹਾਂ ਲੋਕ ਗੱਲਾਂ ਕਰਨਗੇ। ਕ੍ਰੋਧ ਕਰ ਸ਼ੋਭ ਸੂ ਹੰਕਾਰ ਧਾਰ ਬੋਲਿਓ ਤਬ। ਲਓ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਰੀਆਂ ਗੱਲਾਂ ਪ੍ਰਿਥਵੀ ਦੇ ਸਾਹਮਣੇ ਬਿਠਾ ਕੇ ਕੀਤੀਆਂ ਤੇ ਇਹਦੇ ਮਨ ਦੇ ਵਿੱਚ ਫਿਰ ਕ੍ਰੋਧ ਦੀ ਜਵਾਲਾ ਭੜਕੀ। ਬੜੇ ਗੁੱਸੇ ਵਿੱਚ ਤੇ ਕਸ਼ੋਭ ਦੇ ਵਿੱਚ ਹੰਕਾਰ ਧਾਰ ਕੇ ਬੋਲਿਆ। ਝੂਠੇ ਉਪਾਲੰਭ ਦੇਤ ਆਪ ਤੇ ਬਣਾਏ ਕਰ। ਕਹਿੰਦਾ ਤੁਸੀਂ ਆਪਦੇ ਕੋਲੋਂ ਹੀ ਗੱਲਾਂ ਬਣਾ ਬਣਾ ਕੇ ਮੈਨੂੰ ਝੂਠੇ ਉਲਾਮੇ ਦਿੰਦੇ ਹੋ, ਮੇਰੇ ਤੇ ਝੂਠੇ ਇਲਜ਼ਾਮ ਲਾਉਂਦੇ ਹੋ। ਹਮਰੋ ਬਗਾਰਿਓ ਕਹਾਂ ਜਾਂ ਤੇ ਬਿਖ ਦੇਨ ਚਾਹ। ਦੱਸੋ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਾਡਾ ਕੀ ਕੰਮ ਵਿਗਾੜਿਆ? ਮੈਂ ਕਾਹਤੋਂ ਉਹਨਾਂ ਨੂੰ ਜ਼ਹਿਰ ਦੇਣੀ ਸੀ? ਨਾਲੇ ਤੇ ਸਾਰਾ ਕੁਝ ਕੀਤਾ, ਪਰ ਪਾਪੀ ਬੰਦਾ ਬੇਈਮਾਨ ਬੰਦਾ ਮੰਨਦਾ ਨਹੀਂ ਹੁੰਦਾ ਤੇ ਹੁਣ ਸੱਚਾ ਬਣਨ ਦੀ ਕੋਸ਼ਿਸ਼ ਕਰਦਾ ਹੈ। ਕਹਿੰਦਾ ਮੇਰਾ ਕੀ ਤੁਹਾਡੇ ਸਾਹਿਬਜ਼ਾਦੇ ਨਾਲ ਵਿਗਾੜ ਸੀ, ਮੈਂ ਕਿਉਂ ਜ਼ਹਿਰ ਦੇਣੀ ਸੀ? ਮੇਰੋ ਨਾਮ ਕੌਣ ਲੇਤ ਦਵੈਸ਼ ਉਪਜਾਏ ਕਰ। ਕਹਿੰਦਾ ਕੌਣ ਮੇਰਾ ਨਾਮ ਲੈਂਦਾ, ਮੇਰੇ ਮੂੰਹ ਤੇ ਲਿਆਓ। ਜਦੋਂ ਇਹ ਗੱਲ ਆਖੀ ਨਾ ਤੇ ਕਹਿੰਦਾ ਵੀ ਕੋਈ ਐਵੇਂ ਈਰਖਾ ਦਵੈਸ਼ ਧਾਰਨ ਕਰਕੇ ਆਪਣੇ ਮਨ ਦੇ ਅੰਦਰ ਮੇਰੇ ਤੇ ਝੂਠੇ ਇਲਜ਼ਾਮ ਲਾ ਰਿਹਾ ਹੈ। ਕੋ ਨਾ ਪ੍ਰੇਰਿਓ ਕਬ ਕੂਰ ਕਹਿਓ ਕਹਿਤ ਤੁਮ। ਤੇ ਪ੍ਰਿਥਵੀ ਕਹਿਣ ਲੱਗਾ ਪੈਰਾਂ ਤੇ ਪਾਣੀ ਨਾ ਪੈਣ ਦੇਵੇ। ਕਹਿੰਦਾ ਮੈਂ ਕਿਸੇ ਨੂੰ ਨਹੀਂ ਆਖਿਆ ਇਸ ਕੰਮ ਲਈ ਤੇ ਤੁਸੀਂ ਕਹਿੰਦਾ ਝੂਠ ਬੋਲਦੇ ਹੋ, ਮੇਰੇ ਤੇ ਝੂਠਾ ਦੋਸ਼ ਲਾ ਰਹੇ ਹੋ। ਦੇਖ ਨਾ ਸਕੂੰ ਤੁਹਮਤ ਕੋਈ ਉਠਾਏ ਕਰ। ਕਹਿੰਦਾ ਤੁਸੀਂ ਮੈਨੂੰ ਦੇਖ ਕੇ ਡਰਦੇ ਨਹੀਂ, ਮੇਰੇ ਤੇ ਝੂਠੀਆਂ ਤੁਹਮਤਾਂ ਲਾ ਰਹੇ ਹੋ। ਹਾਥਨ ਕੋ ਮਾਲ ਕਰ ਬਾਤਨ ਬਣਾਏ ਲੇਤ। ਤੇ ਪ੍ਰਿਥਵੀ ਹੰਕਾਰ ਤੇ ਗੁੱਸੇ ਵਿੱਚ ਭੜਕਿਆ ਹੋਇਆ ਕਹਿੰਦਾ ਤੁਸੀਂ ਤੇ ਐਵੇਂ ਹੱਥ ਮਲ ਕੇ ਗੱਲਾਂ ਬਣਾ ਲੈਂਦੇ ਹੋ। ਕੌਣ ਕਰਿਓ ਕਾਮ ਨਾਮ ਦੀਜੀਐ ਸੁਨਾਏ ਕਰ। ਦੱਸੋ ਕਿਹਨੇ ਇਹ ਗੱਲ ਆਖੀ ਹੈ, ਕਿਹਨੇ ਮੇਰਾ ਨਾਮ ਲਿਆ ਤੇ ਜਿਹਨੇ ਮੇਰਾ ਨਾਮ ਲਿਆ ਤੇ ਉਹਨੂੰ ਲਿਆਓ ਮੇਰੇ ਸਾਹਮਣੇ
ਤੇ ਮੈਂ ਫੇਰ ਦੱਸਾਂਗਾ, ਉਹਦੇ ਨਾਲ ਵੀ ਗੱਲ ਕਰਾਂਗਾ। ਬੋਲੇ ਗੁਰੂ ਅਰਜਨ ਸੇਵਕ ਉਠੋ ਅਬ। ਲਓ, ਜਦੋਂ ਇਹ ਹੰਕਾਰ ਵਿੱਚ ਕਹਿੰਦੇ ਦੱਸੋ ਕਿਹਨੇ ਮੇਰਾ ਨਾਮ ਲਿਆ, ਉਸੇ ਵੇਲੇ ਗੁਰੂ ਮਹਾਰਾਜ ਨੇ ਇੱਕ ਸੇਵਾਦਾਰ ਨੂੰ ਕਿਹਾ ਭਾਈ ਉੱਠ। ਤੇ ਹੁਣ ਜਿੱਥੇ ਉਹ ਬ੍ਰਾਹਮਣ ਨੂੰ ਅੰਦਰ ਕਮਰੇ 'ਚ ਬੰਦ ਕੀਤਾ ਸੀ, ਉਹ ਮੌਕੇ ਦਾ ਗਵਾਹ ਸੀ, ਤੇ ਗੁਰੂ ਮਹਾਰਾਜ ਨੇ ਉਹਦੇ ਵੱਲ ਇਸ਼ਾਰਾ ਕੀਤਾ। ਸ਼ੰਕਰ ਕੋ ਸ਼ੋਰ ਕਹਿ ਕਿਵਾਰੋਂ ਕੋ ਉਗਾਰ ਦੇਹੋ। ਕਹਿਣ ਲੱਗੇ ਉਹ ਜਿਹੜੀ ਕਹਿੰਦੇ ਸੰਗੜੀ ਕੁੰਡਾ ਲਾਇਆ ਹੋਇਆ ਨਾ, ਉਹਨੂੰ ਖੋਲੋ ਤੇ ਦਰਵਾਜ਼ੇ ਖੋਲ ਕੇ ਜਿਹੜਾ ਬ੍ਰਾਹਮਣ ਅੰਦਰ ਲੁਕਾ ਕੇ ਰੱਖਿਆ ਹੋਇਆ ਸੀ, ਬਿਠਾਇਆ ਉਸ ਨੂੰ ਬਾਹਰ ਲੈ ਆਓ। ਕਾਤ ਕਾਲ ਉੱਠ ਕੇ ਨਿਕਾਰਿਓ ਦੇ ਜੋ ਬੈਠੋ। ਲੋਕ ਕਹਿੰਦੇ ਬਹੁਤ ਛੇਤੀ ਉੱਠ ਕੇ ਸੇਵਾਦਾਰ ਨੇ ਤੇ ਜਿੱਥੇ ਬ੍ਰਾਹਮਣ ਬੈਠਾ ਸੀ ਨਾ ਕਮਰੇ ਦੇ ਵਿੱਚ, ਉਹਨੂੰ ਬਾਹਰ ਕੱਢ ਲਿਆਂਦਾ। ਆਏ ਪ੍ਰਿਥੀ ਕੇ ਸਨਮੁਖ ਚਪੇ ਦੋ ਚੋਰ ਜਿਹੇ। ਪ੍ਰਿਥੀ ਦੇ ਸਾਹਮਣੇ ਲਿਆ ਕੇ ਉਸ ਨੂੰ ਖੜਾ ਕਰ ਦਿੱਤਾ। ਕਹਿੰਦੇ ਲੋ ਆ ਖੜਾ ਹੈ ਮੌਕੇ ਦਾ ਗਵਾਹ। ਤੇ ਪ੍ਰਿਥੀਏ ਵੀ ਨਹੀਂ ਜੋ ਦੇਖਿਆ ਨਾ, ਵੀ ਜਦੋਂ ਚੋਰ ਦੇ ਸਾਹਮਣੇ ਚੋਰ ਨੂੰ ਵੀ ਦੱਸ ਵੀ ਤੁਸੀਂ ਇਕੱਠਿਆਂ ਨੇ ਕੰਮ ਕੀਤਾ, ਇੱਕ ਦੂਜੇ ਦੇ ਖਿੱਚਦੇ ਨੇ ਫਿਰ ਵੀ ਇਹਨੇ ਮੇਰਾ ਨਾਂ ਕਿਉਂ ਲਿਆ। ਤੇ ਹੁਣ ਜਿਵੇਂ ਕੋਈ ਦੋ ਚੋਰ ਇਕੱਠੇ ਹੋ ਜਾਂਦੇ ਨੇ ਨਾ, ਤੇ ਇੱਕ ਦੂਜੇ ਨੂੰ ਦੇਖ ਕੇ ਖਿਜਣ ਲੱਗ ਪਏ। ਲੋਚਨ ਕੋ ਜੋਰੇ ਨ ਹੈ ਬੋਲਿਓ ਮੁਖ ਲੋਰੇ ਨ ਹੈ। ਇੱਕ ਦੂਸਰੇ ਦੇ ਨਾਲ ਅੱਖ ਨਹੀਂ ਮਿਲਾਉਂਦੇ। ਹੁਣ ਚੋਰ ਦੀ ਚੋਰ ਨਾਲ ਅੱਖ ਨਹੀਂ ਰਲਦੀ, ਤੇ ਨਾ ਹੀ ਮੂੰਹੋਂ ਕੁਛ ਬੋਲਣਾ ਚਾਹੁੰਦੇ ਹਨ ਇੱਕ ਦੂਜੇ ਦੇ ਬਾਰੇ। ਛਪਨ ਕੋਟੋਰਾ ਦਾਵ ਪਾਵਤ ਨ ਮਿਸ ਕਹੇ। ਪਰ ਹੁਣ ਲੁਕਣ ਵਾਸਤੇ ਕੋਈ ਨਾ ਕੋਈ ਦਾਉ ਕਾਉ ਲੱਭਦੇ ਨੇ, ਪਰ ਕੋਈ ਬਹਾਨਾ ਮਿਲਦਾ ਨਹੀਂ। ਲੁਕਣਗੇ ਕਿੱਥੇ? ਹੁਣ ਉੱਥੇ ਇੰਨੀ ਸੰਗਤ ਬੈਠੀ ਹੈ, ਹਜ਼ਾਰਾਂ ਲੋਕਾਂ ਦਾ ਇਕੱਠ ਹੈ, ਵੀ ਹੁਣ ਕਿਵੇਂ ਇਹ ਇੱਧਰ ਉੱਧਰ ਲੁਕ ਸਕਦੇ ਹਨ। ਉਗਰਿਓ ਕਪਟ ਯਾਤ ਨਿਗਰਿਓ ਪ੍ਰਿਥੀ ਕੇ ਬੀਚ। ਬਸ ਇਹਨਾਂ ਦਾ ਪਾਜ ਕਪਟ ਉਗੜ ਗਿਆ ਹੈ, ਪੋਲ ਖੁੱਲ ਗਿਆ ਹੈ, ਭਾਂਡਾ ਭੱਜ ਗਿਆ ਚੁਰਾਹੇ ਵਿੱਚ। ਹੁਣ ਇਹਨਾਂ ਤੋਂ ਧਰਤੀ ਵਿੱਚ ਨਿਗਰਿਆ ਨਹੀਂ ਜਾਂਦਾ ਤੇ ਬੜੇ ਸ਼ਰਮਸਾਰ ਹੋਏ ਹਨ। ਮੁਖ ਪੈ ਖੁਟਾਏ ਕੀ ਸ਼ਰਮ ਬਰਖਾਏ ਮੇਹ। ਕਿਉਂਕਿ ਜਿਹੜੀ ਇਹਨਾਂ ਨੇ ਖੁਟਿਆਈ ਕੀਤੀ ਹੈ, ਏਡਾ ਵੱਡਾ ਗੁਨਾਹ ਘੋਰ ਪਾਪ ਕੀਤਾ ਹੈ, ਤੇ ਉਹ ਸ਼ਰਮ ਦੀ ਬਰਖਾ ਇਹਨਾਂ ਦੇ ਮੂੰਹ ਤੇ ਇੰਨੀ ਪੈ ਗਈ ਹੈ, ਉਹ ਭਿੱਜੀ ਬਿੱਲੀ ਵਾਂਗੂ। ਹੁਣ ਇਹ ਬੜੇ ਸ਼ਰਮਸਾਰ ਹੋਏ ਖੜੇ ਹਨ। ਬੋਲਿਓ ਦਿਜ ਮੂਡ ਕਿਉਂ ਕਰਾਇਓ ਤੂੰ ਕਪਟ ਗੂੜ। ਸਤਿਗੁਰੂ ਕਹਿੰਦੇ ਅਸੀਂ ਨਹੀਂ ਕੁਛ ਵੀ ਹੁਣ ਬੋਲਣਾ, ਇਹ ਬ੍ਰਾਹਮਣ ਦੱਸੂਗਾ ਵੀ ਇਹ ਗੱਲ ਸਾਰੀ ਕਿਵੇਂ ਹੋਈ। ਹੁਣ ਬ੍ਰਾਹਮਣ ਨੂੰ ਜਦੋਂ ਇਸ਼ਾਰਾ ਕੀਤਾ ਤੇ ਇਹ ਬ੍ਰਾਹਮਣ ਬੋਲੇ ਉਹ ਦਿਜ ਮੂਡ। ਉਹ ਮੂਰਖ ਬ੍ਰਾਹਮਣ ਬੋਲਿਆ ਤੇ ਕਹਿਣ ਲੱਗਾ ਕਿਉਂ ਕਰਾਇਓ ਤੂੰ ਕਪਟ ਗੂੜ। ਕਹਿਣ ਲੱਗਾ ਭਲਿਆ ਲੋਕਾ, ਇਹ ਜਿਹੜਾ ਗੁੱਜਾ ਛਾਲ ਤੂੰ ਮੇਰੇ ਕੋਲੋਂ ਕਿਉਂ ਕਰਵਾਇਆ ਸੀ। ਕੈਸੇ ਗੁਰਬੰਸ ਮੈਂ ਜਨਮ ਤੁਮ ਲੀਨਿਓ। ਬ੍ਰਾਹਮਣ ਪ੍ਰਿਥੀਆਂ ਨੂੰ ਕਹਿੰਦਾ ਮੈਂ ਤੇ ਇਸ ਗੱਲ ਤੇ ਹੈਰਾਨ ਆ ਵੀ ਤੂੰ ਗੁਰੂ ਕੀ ਬੰਸ ਵਿੱਚ ਜੰਮਿਆ ਹੀ ਕਿਉਂ ਹੈ। ਤੂੰ ਗੁਰੂ ਰਾਮਦਾਸ ਮਹਾਰਾਜ ਦੇ ਘਰ ਜੰਮਣਾ ਹੀ ਨਹੀਂ ਸੀ। ਜੇ ਤੂੰ ਇਹੋ ਜਿਹੇ ਭੈੜੇ ਕਾਰਨਾਮੇ ਕਰਨੇ ਸੀ, ਤੂੰ ਗੁਰੂ ਦੀ ਕੁਲ ਨੂੰ ਵੀ ਕਲੰਕ ਲਾ ਛੱਡਿਆ। ਆਪ ਪਾਪ ਕੂਪ ਮੈਂ ਡੁੱਬਤ ਮੋਕੋ ਸੰਗ ਗਹਿ। ਤੂੰ ਤੇ ਪਾਪਾਂ ਦੇ ਖੂਹ ਵਿੱਚ ਡਿੱਗਣਾ ਹੀ ਸੀ, ਤੇ ਤੂੰ ਮੈਨੂੰ ਵੀ ਨਾਲ ਹੀ ਪਕੜ ਕੇ ਡੋਬ ਦਿੱਤਾ ਹੈ। ਕਰਾਮਾਤ ਸਾਹਿਬ ਸੂ ਬੈਰ ਬੜ ਕੀਨੇ। ਤੈਨੂੰ ਪਤਾ ਹੈ ਗੁਰੂ ਅਰਜਨ ਦੇਵ ਮਹਾਰਾਜ ਤੇ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਰਾਮਾਤਾਂ ਦੇ ਧਨੀ ਨੇ। ਤੂੰ ਉਹਨਾਂ ਦੇ ਨਾਲ ਇੰਨਾ ਵੈਰ ਬੰਨੀ ਬੈਠਾ ਹੈ, ਤੇ ਨਾਲੇ ਤੂੰ ਆਪ ਡੁੱਬਦਾ ਪਾਪਾਂ ਦੇ ਖੂਹ ਦੇ ਵਿੱਚ, ਨਾਲੇ ਮੈਨੂੰ ਡੁਬੋਣ ਦਾ ਯਤਨ ਕਰ ਰਿਹਾ ਹੈ। ਕਿ ਮਨ ਬਹੋਗੇ ਦੋ ਲੋਕ ਸੁਖ ਖੋਗੇ। ਤੂੰ ਦੱਸ ਕਿਵੇਂ ਇਹਨਾਂ ਦੀ ਬਰਾਬਰੀ ਕਰ ਸਕਦਾ ਹੈ? ਤੂੰ ਤੇ ਦੋਵੇਂ ਲੋਕਾਂ ਦਾ ਸੁਖ ਗਵਾ ਲਿਆ ਹੈ। ਸਭ ਨਿੰਦਾ ਜੁਤ ਹੋਗੇ ਦੁੱਖ ਭੋਗ ਗੋ ਮਲੀਨਿਓ। ਬਸ ਤੁਸੀਂ ਤੇ ਮੈਲੀ ਮਤ ਵਾਲਿਓ, ਤੇ ਹਮੇਸ਼ਾ ਨਿੰਦਾ ਦੇ ਸੰਯੁਕਤ ਹੋਵੋਗੇ, ਤੇ ਬੜਾ ਦੁੱਖ ਭੋਗਣਾ ਪਵੇਗਾ। ਕਿਉਂ? ਤੁਸੀਂ ਗੁਰੂ ਘਰ ਦੇ ਨਾਲ ਇੰਨਾ ਘੋਰ ਪਾਪ ਕਰ ਰਹੇ ਹੋ। ਮੁਕਰਤ ਕੈਸੇ ਮੋਸਮ ਕਹਿਉ ਰਾਤ ਜੈਸੇ। ਤੇ ਬ੍ਰਾਹਮਣ ਕਹਿੰਦਾ ਤੂੰ ਮੁਕਰਦਾ ਕਿਉਂ ਹੈ? ਤੂੰ ਰਾਤ ਮੈਨੂੰ ਘਰ ਨਹੀਂ ਸੱਦਿਆ, ਘਰੇ ਬੈਠ ਕੇ ਸਾਰੀ ਗੱਲਬਾਤ ਤੂੰ ਮੈਨੂੰ ਇਹ ਮੇਰੇ ਨਾਲ ਸਾਂਝੀ ਕੀਤੀ ਹੈ, ਤੇ ਮੈਨੂੰ ਕੋਲੋਂ ਜ਼ਹਿਰ ਦੀ ਪੁੜੀ ਵੀ ਦਿੱਤੀ ਸੀ। ਅਬ ਸਭਨ ਮੈਂ ਤੈਸੇ ਕਹੋ ਪਾਪ ਮੈਂ ਪਰਬੀਨਿਓ। ਤੇ ਬ੍ਰਾਹਮਣ ਪ੍ਰਿਥੀਆਂ ਨੂੰ ਕਹਿੰਦਾ ਹੁਣ ਬੋਲ ਸਾਰਿਆਂ ਦੇ ਸਾਹਮਣੇ, ਦੱਸ ਜੋ ਕੁਛ ਹੋਇਆ ਸੀ। ਮੈਂ ਤੇ ਸੱਚ ਦੱਸ ਦਿੱਤਾ, ਹੁਣ ਤੂੰ ਵੀ ਆਪਦੇ ਮੂੰਹੋਂ ਬੋਲ। ਤੂੰ ਪਾਪਾਂ ਵਿੱਚ ਬੜਾ ਪਰਬੀਨ ਹੈ, ਬੜਾ ਦਾਨਸ਼ੁਆਰ ਹੈ, ਪਾਪ ਕਰਨ ਵੇਲੇ ਭੋਰਾ ਵੀ ਝਿਜਕਦਾ ਨਹੀਂ ਹੈ। ਸੁਣ ਕੇ ਕੁਟਲ ਬੜੋ ਕਪਟ ਨਾ ਮਾਨੈ ਪੁਨ। ਲਓ, ਇਹ ਜਿਹੜਾ ਪ੍ਰਿਥੀਆ ਹੈ, ਜਦੋਂ ਇਹ ਐਸੇ ਟੇਢੇ ਮਨ ਵਾਲਾ ਸੀ ਤੇ ਕਪਟੀ ਸੀ, ਹੁਣ ਬ੍ਰਾਹਮਣ ਨੇ ਮੂੰਹ ਤੇ ਵੀ ਕਹਿ ਦਿੱਤਾ ਵੀ ਤੂੰ ਇਹ ਰਾਤ ਮੈਨੂੰ ਇਸ ਕੰਮ ਲਈ ਉਕਸਾਇਆ ਸੀ,
ਲਾਲਚ ਦਿੱਤਾ ਸੀ, ਜ਼ਹਿਰ ਦੀ ਪੁੜੀ ਵੀ ਦਿੱਤੀ ਸੀ, ਫਿਰ ਵੀ ਮੰਨਦਾ ਨਹੀਂ ਹੈ। ਲੋਚਣ ਨਾ ਨੀਚ ਕਰੇ ਬੋਲਤ ਕਠੋਰ ਬੈਨ। ਇਹਨਾਂ ਢੀਠ ਤੇ ਇਹਨਾਂ ਹੰਕਾਰੀ ਪੱਥਰ ਦਲੇ ਇਨਸਾਨ ਸੀ ਤੇ ਨਾ ਹੀ ਨੇ ਅੱਖਾਂ ਨੀਵੀਆਂ ਕੀਤੀਆਂ, ਸ਼ਰਮ ਮੰਨੀ ਨਹੀਂ, ਰੱਬ ਦਾ ਡਰ ਪਾ ਹੈ ਹੀ ਨਹੀਂ ਸੀ ਤੇ ਅੱਗੋਂ ਬੜੇ ਕਠੋਰ ਬਚਨ ਬੋਲ ਰਿਹਾ ਹੈ। ਕਹਾਂ ਭਇਓ ਦਿਜ ਕੋ ਸਿਖਾਏ ਕਹਿ ਕਹਾਇਓ ਕੂਰ। ਉਲਟਾ ਗੁਰੂ ਅਰਜਨ ਦੇਵ ਮਹਾਰਾਜ ਤੇ ਦੋਸ਼ ਲਾ ਦਿੱਤਾ, ਕਹਿੰਦਾ ਤੁਸੀਂ ਇਹ ਬ੍ਰਾਹਮਣ ਤੁਹਾਡੇ ਘਰੇ ਰਹਿੰਦਾ ਹੈ ਨਾ, ਤੁਸੀਂ ਇਹਨੂੰ ਸਿਖਾ ਕੇ ਝੂਠਾ ਮੇਰੇ ਤੇ ਦੋਸ਼ ਲਵਾ ਦਿੱਤਾ ਹੈ। ਪਾਲੰਬ ਦੇਤ ਤਪਤਾਵੇ ਮਨ ਮੋਹੇ ਭੈਣ। ਤੇ ਤੁਸੀਂ ਮੈਨੂੰ ਝੂਠੇ ਉਲਾਮੇ ਦਿੰਦੇ ਹੋ, ਤੁਸੀਂ ਮੇਰੇ ਮਨ ਨੂੰ ਗੁੱਸਾ ਲਿਆਉਂਦੇ ਹੋ। ਹੁਣ ਜਦੋਂ ਮੇਰੇ ਅੰਦਰ ਜ਼ਿਆਦਾ ਗੁੱਸਾ ਵੱਧ ਗਿਆ ਤੇ ਇਹਦਾ ਰਿਜ਼ਲਟ ਠੀਕ ਨਹੀਂ ਨਿਕਲੇਗਾ। ਨਿੰਦਾ ਕੋ ਬਿਥਾਰੇ ਜਗ ਲੋਕਨ ਮੈਂ ਬਣਾਏ ਠੱਗ। ਇਹ ਪ੍ਰਿਥਿਆ ਕਹਿੰਦਾ ਤੁਸੀਂ ਦੁਨੀਆ ਦੇ ਵਿੱਚ ਠੱਗ ਬਣ ਗਏ ਹੋ ਤੇ ਆਪਣੀ ਕਹਿੰਦੀ ਵਡਿਆਈ ਵਾਸਤੇ ਤੁਸੀਂ ਮੇਰੀ ਨਿੰਦਿਆ ਦੁਨੀਆ ਵਿੱਚ ਫੈਲਾ ਰਹੇ ਹੋ। ਆਪ ਕੋ ਪਜਾਵੇ ਅਘ ਪਾਪ ਪਾਸ ਤੇ ਦਰਬ ਲੈ। ਤੇ ਤੁਸੀਂ ਆਪਣੇ ਆਪ ਦੀ ਪੂਜਾ ਕਰਵਾਉਂਦੇ ਹੋ ਤੇ ਕਿੰਨਾ ਕੋਲੋਂ ਅੱਗ ਪਾਸ, ਜਿਹੜੇ ਅਗਿਆਨੀ ਬੰਦੇ ਨੇ, ਜਿਹੜੇ ਗੁਰਸਿੱਖ ਨੇ ਨਾ, ਉਹਨਾਂ ਨੂੰ ਅਗਿਆਨੀ ਕਹਿੰਦੇ ਵੀ ਅਗਿਆਨੀ ਬੰਦਿਆਂ ਕੋਲੋਂ ਵੀ ਤੁਸੀਂ ਆਪਣੀ ਪੂਜਾ ਕਰਵਾਉਂਦੇ ਹੋ, ਉਹਨਾਂ ਤੋਂ ਧਨ ਬਟੋਰਦੇ ਹੋ। ਕਰੇ ਉਤਪਾਤ ਮੈਂ ਨਾ ਡਰੋ ਇਨ ਬਾਤਨ ਤੇ ਤੁਸੀਂ ਇੰਨੇ ਉਪਦਰਵ ਕਰਦੇ ਹੋ, ਘਰ ਦਾ ਸਾਰਾ ਕੁਛ ਆਪ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਦੀ ਜਿਹੜੀ ਸ਼ਰਾਫਤ ਹੈ ਉਹਦਾ ਨਜਾਇਜ਼ ਫਾਇਦਾ ਉਠਾ ਰਿਹਾ ਹੈ। ਕਹਿੰਦਾ ਤੁਸੀਂ ਬੜੇ ਮੇਰੇ ਤੇ ਝੂਠੇ ਇਲਜ਼ਾਮ ਲਾਏ ਨੇ ਨਾ, ਬੜਾ ਉਪਦਰਵ ਕਰਦੇ ਹੋ, ਬੜਾ ਅਨਰਥ ਕਰਦੇ ਹੋ, ਮੈਂ ਨਹੀਂ ਇਹਨਾਂ ਗੱਲਾਂ ਤੋਂ ਡਰਨ ਵਾਲਾ। ਕਾਤਨ ਬਣਾਵੇ ਸਗਰੇਨ ਕੋ ਸੁਨਾਏ ਦੇਨ। ਲਓ ਦੇਖ ਲਓ, ਕਾਤਨ ਬਣਾਵੇ ਤੇ ਤੁਸੀਂ ਬੜੇ ਦਾਉ ਕਾਉ ਬਣਾਉਂਦੇ ਰਹਿੰਦੇ ਹੋ, ਕੋਈ ਨਾ ਕੋਈ ਮੇਰੇ ਤੇ ਝੂਠੇ ਦੋਸ਼ ਲਾਉਣ ਦੇ ਲਈ ਸਕੀਮਾਂ ਕੱਢਦੇ ਰਹਿੰਦੇ ਹੋ ਤੇ ਸਾਰਿਆਂ ਨੂੰ ਸੁਣਾਉਂਦੇ ਹੋ ਵੀ ਹਾਂ ਪ੍ਰਿਥੀਆ ਮਾੜਾ ਹੈ, ਪ੍ਰਿਥੀਆ ਮਾੜਾ ਹੈ। ਜਾਨ ਬੜੋ ਢੀਠ ਅਵਲੋਕ ਕੈ ਨਿਠੁਰ ਢੀਠ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਪ੍ਰਿਥੀਆ ਬੋਲ ਰਿਹਾ ਹੈ, ਜਾਨ ਬੜੋ ਢੀਠ, ਮੈਂ ਸਮਝਦਾ ਤੇ ਤੁਸੀਂ ਬੜੇ ਢੀਠ ਹੋ। ਅਵਲੋਕ ਹੈ ਨਿਠਰ ਢੀਠ, ਤੇ ਦੇਖ ਕੇ ਵੀ ਇਹ ਬੜਾ ਕਠੋਰ ਹੈ, ਆਪਣੀ ਅੱਖਾਂ ਦੇ ਨਾਲ ਦੇਖ ਕੇ ਇਹ ਬਚਨ ਆਖ ਰਿਹਾ ਹੈ। ਪਾਪ ਜਾਂ ਕੋ ਮੀਠ ਹੈ ਵਿਚਾਰਿਓ ਗੁਰੂ ਅਰਜਨ। ਗੁਰੂ ਅਰਜਨ ਦੇਵ ਮਹਾਰਾਜ ਨੇ ਵਿਚਾਰ ਕੀਤੀ, ਪ੍ਰਿਥਿਆ ਬੜਾ ਢੀਠ ਹੈ, ਬੜਾ ਬੇਸ਼ਰਮ ਹੈ, ਬਹੁਤ ਦਿਲ ਦਾ ਕਠੋਰ ਹੈ ਤੇ ਇਹ ਹਮੇਸ਼ਾ ਪਾਪਾਂ ਨੂੰ ਹੀ, ਵੀ ਇਹ ਪਾਪਾਂ ਵਾਲੀ ਮੱਤ ਨੂੰ ਹੀ ਧਾਰਨ ਕਰ ਰਿਹਾ ਹੈ। ਔਗਣ ਕਰਤ ਨਹੀਂ ਲਾਜ ਕੋ ਧਰਤ। ਦੇਖ ਲੋ, ਔਗਣ ਗੁਨਾਹ ਵੀ ਕਰ ਰਿਹਾ ਹੈ ਪਰ ਪੂਰਾ ਵੀ ਸ਼ਰਮ ਨਹੀਂ ਧਾਰਨ ਕਰਦਾ। ਕੌਣ ਵਕਤ ਕਠੋਰ ਬਨੈ ਬਾਤਨ ਮੈਂ ਸੁਰ ਜਨ। ਤੇ ਅੱਗੋਂ ਬੜਾ ਕਠੋਰ ਬਚਨ ਬੋਲਦਾ, ਫਿੱਕੇ ਕੌੜੇ ਬਚਨ ਬੋਲਦਾ, ਰੁੱਖੇ ਬਚਨ ਬੋਲਦਾ ਤੇ ਆਪਣੇ ਆਪ ਨੂੰ ਬੜਾ ਸੁਰਜਨ ਸਲੇਸ਼ ਭਲਾ ਮਾਨਸ ਸਮਝਦਾ ਹੈ। ਆਨਨ ਪੈਪਨੈ ਦਿਜ ਮਾਨਤ ਨਾ ਕਰੇ ਜਿਵ। ਬ੍ਰਾਹਮਣ ਸਾਹਮਣੇ ਮੂੰਹ ਤੇ ਸਾਰੀਆਂ ਗੱਲਾਂ ਕਹੀ ਜਾਂਦਾ ਹੈ ਪਰ ਇਹ ਇੱਕ ਵੀ ਗੱਲ ਮੰਨਣ ਨੂੰ ਤਿਆਰ ਨਹੀਂ ਹੈ। ਉਲਟੋ ਸੋ ਕ੍ਰੋਧ ਹੋਤ ਦੁਰਮਤ ਦੁਰਜਨ। ਉਲਟਾ ਗੁੱਸੇ ਵਿੱਚ ਭਰੀ ਜਾਂਦਾ ਹੈ ਤੇ ਬਹੁਤ ਖੋਟੀ ਮਾਲਾ, ਖੋਟੀ ਮਤ ਵਾਲਾ, ਖੋਟੀ ਬੁੱਧੀ ਵਾਲਾ ਖੋਟਾ ਪੁਰਸ਼ ਹੈ। ਜਾਂ ਕਹੇ ਤ ਪਾਪ ਤਰੇ ਔਗਣ ਅਨੇਕ ਕਰੇ। ਦੇਖ ਲੋ, ਜਿਹੜਾ ਪਾਪਾਂ ਦੇ ਨਾਲ ਹੀ ਹਿਤ ਪ੍ਰੇਮ ਧਾਰਨ ਕਰਦਾ ਤੇ ਬਹੁਤ ਬੜੇ ਘੋਰ ਔਗਣ ਅਪਰਾਧ ਵੀ ਕਰੀ ਜਾ ਰਿਹਾ ਹੈ। ਸੋ ਤੋ ਨਹੀਂ ਪਾਵੇ ਦਈ ਗੁਰਤਾ ਜੋ ਗੁਰ ਜਨ। ਗੁਰੂ ਅਰਜਨ ਦੇਵ ਮਹਾਰਾਜ ਸੋਚਦੇ ਨੇ, ਕਹਿੰਦੇ ਜਿਸ ਵਾਸਤੇ ਤੂੰ ਘੋਰ ਪਾਪ ਕਰ ਰਿਹਾ ਨਾ, ਕਾਹਦੇ ਲਈ? ਵੀ ਗੁਰਤਾ ਗੱਦੀ ਮੈਨੂੰ ਮਿਲ ਜਾਵੇ, ਮੈਂ ਗੁਰੂ ਬਣ ਜਾਵਾਂ। ਇਹ ਤੇਰੇ ਮਨ ਦੀ ਇੱਛਾ ਕਦੀ ਵੀ ਪੂਰੀ ਨਹੀਂ ਹੋਵੇਗੀ। ਗੁਰੂ ਤਾਂ ਜਿਸ ਨੂੰ ਗੁਰੂ ਨੇ ਬਣਾ ਦਿੱਤਾ ਉਹ ਨਹੀਂ ਬਣਨਾ ਤੇ ਜਿਹਨੂੰ ਗੁਰਤਾ ਦਿੱਤੀ ਗੁਰੂ ਉਹੀ ਬਣੇਗਾ। ਪਰ ਤੂੰ ਜੋ ਮਰਜ਼ੀ ਕਰ ਲੈ, ਤੂੰ ਗੁਰੂ ਨਹੀਂ ਬਣ ਸਕਦਾ, ਗੁਰਤਾ ਨਹੀਂ ਲੈ ਸਕਦਾ। ਫੇਰ ਬੋਲਿਓ ਪਾਪ ਮਤ ਅਬ ਲਓ ਨਾ ਕੀਨ ਕੁਛ। ਉਹ ਖੋਟੀ ਮਤ ਵਾਲਾ, ਪਾਪਾਂ ਵਾਲੀ ਬੁੱਧੀ ਵਾਲਾ ਫੇਰ ਇਹ ਪ੍ਰਿਥੀਆ ਬੋਲਿਆ, ਕਹਿਣ ਲੱਗਾ ਹਾਲੇ ਤੱਕ ਤਾਂ ਮੈਂ ਕੁਛ ਵੀ ਨਹੀਂ ਕੀਤਾ, ਮੈਂ ਤੇ ਬਿਲਕੁਲ ਨਿਰਦੋਸ਼ ਤੇ ਬੇਕਸੂਰ ਹਾਂ। ਉਤਮ ਕਰਹੁ ਵਸ ਅਧਿਕ ਵਿਚਾਰ ਕੇ। ਅੱਜ ਤੋਂ ਬਾਅਦ ਤੁਸੀਂ ਮੇਰੇ ਤੇ ਝੂਠਾ ਦੋਸ਼ ਲਾ ਦਿੱਤਾ ਨਾ ਵੀ ਤੂੰ ਸਾਹਿਬਜ਼ਾਦੇ ਨੂੰ ਜ਼ਹਿਰ ਦਿੱਤੀ ਹੈ। ਹੁਣ ਮੈਂ ਯਤਨ ਕਰਾਂਗਾ, ਬਹੁਤ ਸੋਚ ਵਿਚਾਰ ਕੇ ਤੁਹਾਡੇ ਲਈ ਮੈਂ ਜੋ ਵੀ ਮੇਰੇ ਕੋਲੋਂ ਹੋਇਆ ਮੈਂ ਉਹ ਕਰਕੇ ਰਹਾਂਗਾ। ਪੁੱਤਰ ਕੇ ਸਮੇਤ ਤੋਹੇ ਜਮ ਕੇ ਨਕੇਤ ਪਠੂ। ਹੁਣ ਮੇਰੇ ਤੇ ਦੋਸ਼ ਤਾਂ ਲੱਗ ਹੀ ਗਿਆ ਹੈ
ਪਰ ਹੁਣ ਯਾਦ ਰੱਖਿਓ, ਸਣੇ ਪੁੱਤਰ ਦੇ ਤੁਹਾਨੂੰ ਮੈਂ ਜਮਾ ਦੇ ਘਰ ਭੇਜਾਂਗਾ, ਪਾ ਤੁਹਾਨੂੰ ਦੋਨਾਂ ਨੂੰ ਮਾਰਾਂਗਾ। ਕੋ ਦਿਨ ਬੀਤ ਲਿਹੋ ਠੀਕ ਉਰ ਧਾਰ ਕੇ। ਕੁਛ ਦਿਨ ਬੀਤ ਜਾਣ ਦਿਓ, ਇਹ ਚੰਗੀ ਤਰ੍ਹਾਂ ਆਪਣੇ ਮਨ ਦੇ ਵਿੱਚ ਨਿਰਣਾ ਕਰ ਲਵੋ। ਥੋੜੇ ਦਿਨ ਬਾਕੀ ਤੁਹਾਡੇ ਰਹਿ ਗਏ ਨੇ, ਪਿਤਾ ਪੁੱਤਰ ਦੋਹਾਂ ਨੂੰ ਮੈਂ ਲੋਹੇ ਦੇ ਚਣੇ ਚਬਾਵਾਂਗਾ। ਮੈਂ ਤੋ ਬੜੋ ਪੂਤ ਤਿਆਗ ਦੀਨ ਸੋ ਪਿਤਾ ਨੇ ਆਪ। ਪਿਤਾ ਦਾ ਮਾਲਕ ਤੇ ਮੈਂ ਬਣਨਾ ਸੀ, ਮੈਂ ਜੇਠਾ ਪੁੱਤਰ ਸੀ। ਪਤਾ ਨਹੀਂ ਕਿਉਂ ਸਾਡੇ ਪਿਤਾ ਸਤਿਗੁਰੂ ਨੇ ਮੈਨੂੰ ਛੱਡ ਦਿੱਤਾ। ਬੈਸ ਮੈਂ ਅਲਪ ਲੀਨ ਗੁਰਤਾ ਹੰਕਾਰ ਕੇ। ਤੁਸੀਂ ਉਮਰ ਵਿੱਚ ਮੇਰੇ ਨਾਲੋਂ ਛੋਟੇ ਸੀ, ਪਤਾ ਨਹੀਂ ਕਿਵੇਂ ਸਾਜ਼ਿਸ਼ ਅਧੀਨ, ਕਿਵੇਂ ਛਲ ਕਪਟ ਕਰਕੇ ਗੁਰਤਾ ਗੱਦੀ ਤੁਸੀਂ ਲੈ ਲਈ ਹੈ ਤੇ ਹੁਣ ਹੰਕਾਰ ਕਰਨ ਲੱਗ ਪਏ ਹੋ। ਕੋਈ ਤੋ ਕਰੇ ਗੋਨਿਆਉ ਕੈਸੇ ਕੇ ਅਨਿਆਏ ਹੋਏ। ਹੁਣ ਮੈਂ ਇਨਸਾਫ ਲਈ ਜਾਵਾਂਗਾ, ਕੋਈ ਤਾਂ ਮੇਰੇ ਨਾਲ ਨਿਆਂ ਕਰੇਗਾ ਨਾ, ਤੇ ਇਹ ਕਿਵੇਂ ਮੇਰੇ ਨਾਲ ਇੰਨਾ ਅਨਿਆਂ ਬੇਇਨਸਾਫੀ ਇੰਨਾ ਧੱਕਾ ਮੇਰੇ ਨਾਲ ਕਦੀ ਵੀ ਨਹੀਂ ਹੋ ਸਕਦਾ। ਨਾ ਤੁਰ ਅੰਧੇਰ ਪਰੇ ਜਗ ਅਵਿਚਾਰ ਕੇ। ਵੀ ਨਹੀਂ ਤੇ ਬਿਨਾਂ ਵਿਚਾਰ ਤੋਂ, ਇਹ ਸੋਚ ਕੇ ਦੇਖੋ ਵੀ ਨਹੀਂ ਤੇ ਬਿਨਾਂ ਵਿਚਾਰ ਤੋਂ ਜੇ ਮੈਨੂੰ ਇਨਸਾਫ ਨਾ ਮਿਲਿਆ, ਕਿਸੇ ਹੋਰ ਨੂੰ ਵੀ ਇਨਸਾਫ ਨਾ ਮਿਲਿਆ, ਫਿਰ ਤੇ ਦੁਨੀਆ ਵਿੱਚ ਹਨੇਰ ਮੱਚ ਜਾਵੇਗਾ। ਤੇ ਹੁਣ ਮੈਂ ਇਹ ਗੁਰਤਾ ਦਾ ਹੱਕ ਲੈ ਕੇ ਰਹਾਂਗਾ। ਇਹਦੇ ਲਈ ਹੁਣ ਇਸ ਪ੍ਰਿਥਵੀ ਨੇ ਅੱਗੇ ਗੁਰੂ ਮਹਾਰਾਜ ਦੇ ਨਾਲ ਝਗੜਾ ਕਰਨਾ ਤੇ ਪ੍ਰਸੰਗ ਉਹ ਅੱਗੇ ਆਵੇਗਾ, ਸੰਗਤ ਨੇ ਕੱਲ ਨੂੰ ਸਰਵਣ ਕਰਨਾ। ਤੇ ਫਿਰ ਇਹਨੇ ਜੋ ਗੱਲਾਂ ਕਹੀਆਂ ਨੇ ਤੇ ਇਹਨਾਂ ਨੂੰ ਅਮਲੀ ਰੂਪ ਦੇਣ ਵਾਸਤੇ ਸਰਕਾਰੀ ਦਰਬਾਰੇ ਵੀ ਜਾਣਾ, ਸੂਲੀ ਨੂੰ ਚੜਾ ਕੇ ਲਿਆਉਣਾ। ਉਹ ਸਾਰੇ ਪ੍ਰਸੰਗ ਅੱਗੇ ਆਉਣਗੇ। ਹੁਣ ਉਹਦਾ ਮੁੱਢ ਵੱਜ ਗਿਆ ਵੀ ਪ੍ਰਿਥਵੀ ਨੇ ਕਹਿਤਾ ਵੀ ਅੱਗੇ ਤੇ ਮੈਂ ਹੁਣ ਤੱਕ ਕੁਛ ਨਹੀਂ ਕੀਤਾ, ਪਰ ਹੁਣ ਮੈਂ ਯਤਨ ਕਰਾਂਗਾ ਜੋ ਮੇਰੇ ਤੇ ਤੁਸੀਂ ਝੂਠੇ ਦੋਸ਼ ਲਾਏ ਹੋ, ਸੱਚਿਆਂ ਨੂੰ ਝੂਠੇ ਦੱਸਦੇ। ਕਿਉਂਕਿ ਜਿਹੜਾ ਪਾਪੀ ਬੰਦਾ ਹੁੰਦਾ, ਚੋਰ ਆਦਮੀ ਕਦੇ ਨਹੀਂ ਕਹਿੰਦਾ ਮੈਂ ਚੋਰ ਹਾਂ। ਤੇ ਹੁਣ ਇਹ ਜਿਹੜਾ ਕੋਈ ਕਿਸੇ ਤਰ੍ਹਾਂ ਦਾ ਕੋਈ ਕਾਤਲ ਬੰਦਾ ਹੁੰਦਾ, ਉਹ ਇਹ ਨਹੀਂ ਕਹਿੰਦਾ ਮੈਂ ਬੰਦੇ ਨੂੰ ਮਾਰਿਆ। ਉਹ ਤੇ ਫਿਰ ਜਦੋਂ ਸਬੂਤ ਪੇਸ਼ ਹੁੰਦੇ ਨੇ ਇਹ ਸਾਰੀਆਂ ਗੱਲਾਂ, ਫੇਰ ਹੀ ਸਜ਼ਾ ਮਿਲਦੀ ਹੈ। ਉਹ ਪ੍ਰਸੰਗ, ਅਗਲਾ ਪ੍ਰਸੰਗ ਆਪ ਸੰਗਤ ਕੱਲ ਨੂੰ ਸਰਵਣ ਕਰੋਗੇ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਕੋਈ ਤੋ ਕਰੇ ਗੋਨਿਆਏ ਕੈਸੇ ਕਾ ਅਨਿਆਏ ਹੋਏ। ਨਾ ਤੁਰ ਅੰਧੇਰ ਪਰੈ ਜਗ ਅਵਿਚਾਰ ਕੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।